ਬੈਲਜੀਅਮ ਦੀ ਸਿੱਖ ਸੰਗਤ ਅਤੇ ਹੋਰ ਕੰਟਰੀਜ਼ ਸਾਰੀ ਸਿੱਖ ਸੰਗਤ ਦੇ ਸਹਿਯੋਗ ਦੇ ਨਾਲ ਅਕਾਲ ਪੁਰਖ ਦੀ ਫੌਜ ਸਾਰਿਆਂ ਵੱਲੋਂ ਅੱਜ ਦੇ ਹਾਲਾਤਾਂ ਮੁਤਾਬਕ ਆਨਲਾਈਨ ਗੁਰਮਤਿ ਸਿਰਜਣਾ ਕੈਂਪ ਦੇ ਕੀਤੇ ਜਾ ਰਹੇ ਉਪਰਾਲੇ ਤਹਿਤ ਸਭ ਤੋਂ ਪਹਿਲਾਂ ਤਾਂ ਆਪਾਂ ਉਸ ਮਰਦ ਗਮੜੇ ਸਾਹਿਬੇ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਫਤਿਹ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ, ਪਰਮ ਪੂਜਨੀਕ ਗੁਰਦੇਵ ਮਾਤਾ ਗੁਜਰੀ ਜੀ ਤੋਂ ਅਸੀਸਾਂ ਲੈਂਦੇ ਹੋਏ ਸਾਰੇ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਜੋ ਅੱਜ ਦਾ ਵਿਸ਼ਾ ਹੈ ਉਦਾਹਰਨ ਮਿਲਿਆ ਕਿ ਸਫਰੇ ਸ਼ਹਾਦਤ ਦਾ ਸਫ਼ਰ ਸਿੱਖੀ ਦੇ ਵਿੱਚ, ਸਿੱਖੀ ਸੰਕਲਪ ਦੇ ਵਿੱਚ ਸਫਰੇ ਸ਼ਹਾਦਤ ਦਾ ਬਹੁਤ ਮਹੱਤਵਪੂਰਨ ਆਪਣੇ ਆਪ ਦੇ ਵਿੱਚ ਜੇ ਡਿਫਾਈਨ ਕਰੀਏ ਤਾਂ ਬਹੁਤ ਨਿਵੇਕਲਾ ਜਿਹਾ ਸਥਾਨ ਹੈ। ਕਈ ਵਾਰੀ ਸ਼ਹਾਦਤ ਨੂੰ ਕੇਵਲ ਸਰੀਰਕ ਪੱਖੋਂ ਹੀ ਇਹ ਮੰਨ ਲੈਂਦੇ ਕਿ ਸਰੀਰਕ ਪੱਖੋਂ ਜਿਸ ਦੀ ਮੌਤ ਹੋ ਜਾਵੇ, ਹਜੇ ਕਿ ਮੌਤ ਬੜਾ ਅਜੀਬ ਜਿਹਾ ਲਫ਼ਜ਼ ਲੱਗਦਾ ਹੈ, ਭਾਵੇਂ ਕਿ ਗੁਰਬਾਣੀ ਦੇ ਵਿੱਚ ਮੌਤ ਬਾਰੇ, ਮਰਨ ਬਾਰੇ ਬਹੁਤ ਵਾਰੀ ਆਇਆ ਹੈ, ਸ਼ਹਾਦਤ ਬਾਰੇ, ਸ਼ਹੀਦੀ ਬਾਰੇ ਬਹੁਤ ਘੱਟ ਜ਼ਿਕਰ ਮਿਲੇਗਾ। ਕੁਝ ਲਫ਼ਜ਼ ਐਸੇ ਹੁੰਦੇ ਨੇ ਕਿ ਅਸੀਂ ਉਹਨਾਂ ਦਾ ਮਹੱਤਵ ਬੜਾ ਹੁੰਦਾ ਹੈ, ਪਰ ਅਸੀਂ ਉਹਨਾਂ ਦੀ ਰੂਪ ਰੇਖਾ ਚੇਂਜ ਕਰ ਦਿੰਦੇ ਹਾਂ। ਅਸੀਂ ਵਰਤਣ ਲੱਗੇ ਉਹਨਾਂ ਨੂੰ ਕਿੱਥੇ ਵਰਤਣਾ ਹੈ, ਕਿਵੇਂ ਵਰਤਣਾ ਹੈ। ਮੈਂ ਲਿਹਾਜ਼ਾ ਸ਼ੁਰੂਆਤ ਕਰਦਾ ਜਿਵੇਂ ਇੱਕ ਬੜਾ ਪਹਿਲਾਂ ਪਵਿੱਤਰ ਜਿਹਾ ਲਫ਼ਜ਼ ਹੁੰਦਾ ਸੀ, ਮਹੱਲਾ ਜਲੂਸ। ਬੜਾ ਸੋਹਣਾ ਲੱਗਦਾ ਸੀ ਕਿ ਜਦੋਂ ਇੱਕ ਜਲੂਸ ਦੀ ਸ਼ਕਲ ਦੇ ਵਿੱਚ ਸਿੰਘਾਂ ਨੇ ਗੁਰੂ ਸਾਹਿਬ ਦੀ ਰਹਿਨੁਮਾਈ ਦੇ ਹੇਠ ਮਹੱਲਾ ਕੱਢਣਾ, ਉਹਨੂੰ ਮਹੱਲਾ ਜਲੂਸ ਕਹਿੰਦੇ ਸੀ। ਸਮਾਂ ਬੀਤਿਆ, ਹੁਣ ਜਲੂਸ ਸ਼ਬਦ ਪੰਜਾਬੀ ਸ਼ਬਦਾਵਲੀ ਦੇ ਵਿੱਚ ਜਾਂ ਗੁਰਮਤਿ ਸ਼ਬਦਾਵਲੀ ਦੇ ਵਿੱਚ ਬੜਾ ਇੱਕ ਅਜੀਬ ਜਿਹਾ ਹਾਸੋਹੀਣ ਜਿਹਾ ਬਣਦਾ ਜਾ ਰਿਹਾ। ਇਸੇ ਗੱਲ ਕਰਕੇ ਸਾਹਿਤਿਕ ਪਿੜਾਂ ਦੇ ਵਿੱਚ ਜਲੂਸ ਦੀ ਜਗ੍ਹਾ ਦੇ ਉੱਪਰ ਨਗਰ ਕੀਰਤਨ ਸ਼ਬਦ ਪ੍ਰਯੋਗ ਹੋਣ ਲੱਗ ਗਿਆ। ਇੱਕ ਹੋਰ ਜਾਂਦੇ ਜਾਂਦੇ ਗੱਲ ਕਰ ਲਈਏ, ਜਥੇਦਾਰ ਪਹਿਲਾਂ ਮਹੰਤ ਲਫ਼ਜ਼, ਮਸੰਦ ਲਫ਼ਜ਼, ਐਦਾਂ ਹੀ ਬੜੇ ਗੁਰੂ ਸਾਹਿਬ ਨੇ ਮਸੰਦ ਜਦੋਂ ਗੁਰੂ ਘਰਾਂ ਦੇ ਵਿੱਚ ਉਹਨਾਂ ਨੂੰ ਸੇਵਾ ਭਾਗ ਸੰਭਾਲਿਆ, ਸਮਾਂ ਬੀਤਣ ਦੇ ਨਾਲ ਉਹਨਾਂ ਦੇ ਕਾਰਨਾਮੇ ਐਵੇਂ ਦੇ ਕੀਤੇ ਕਿ ਮਸੰਦ ਲਫ਼ਜ਼ ਹੀ ਬੜਾ ਸੰਗਤ ਦੇ ਮਨਾਂ ਦੇ ਵਿੱਚੋਂ ਦੂਰ ਹੋ ਗਿਆ। ਫਿਰ ਮਹੰਤ ਆਇਆ, ਮਹੰਤਾਂ ਦੇ ਬਾਅਦ ਹੁਣ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ, ਜਦੋਂ ਜਥੇਦਾਰਾਂ ਦੀ ਗੱਲ ਕਰਦੇ ਹਾਂ ਤਾਂ ਗੱਲ ਲਫ਼ਜ਼ ਬੜਾ ਪਵਿੱਤਰ ਤੇ ਬੜਾ ਚੰਗਾ ਲਫ਼ਜ਼ ਸੀ ਕਿ ਪੂਰੇ ਜਥੇ ਦੀ ਅਗਵਾਈ ਕਰਨਾ, ਜਥੇ ਨੂੰ ਨਾਲ ਲੈ ਕੇ ਤੁਰਨਾ। ਜਥੇਦਾਰ ਲਫ਼ਜ਼ ਦੀ ਆਪਣੇ ਆਪ ਦੇ ਵਿੱਚ ਬੜੀ ਵੱਡੀ ਮਹਾਨਤਾ ਸੀ, ਪਰ ਕੁਝ ਰਾਜਨੀਤਿਕ ਪਾਰਟੀਆਂ ਨੇ, ਕੁਝ ਸਿਆਸੀ ਸ਼ਖਸੀਅਤਾਂ ਕਹਿ ਲਾਂ ਜਾਂ ਮੈਂ ਕੀ ਆਖਾਂ ਉਹਨਾਂ ਨੂੰ, ਜਥੇਦਾਰ ਲਫ਼ਜ਼ ਇਸ ਤਰੀਕੇ ਨਾਲ ਵਿਗਾੜਤਾ ਹੈ ਕਿ ਅੱਜ ਵਿਸ਼ਾ ਤਾਂ ਲੱਗ ਗਿਆ ਪਰ ਥੋੜੀ ਜਿਹੀ ਗੱਲ ਕਰਨੀ ਬਣ ਜਾਂਦੀ ਹੈ ਕਿ ਜਦੋਂ ਹੈਰਾਨੀ ਹੁੰਦੀ ਹੈ, ਜਦੋਂ ਇੱਕ ਅਦਾਲਤ ਦੇ ਵਿੱਚ ਐਸੇ ਕੁਕਰਮ ਦੇ ਕੇਸ ਦੇ ਵਿੱਚ ਕੋਈ ਜਾਂਦਾ ਹੈ ਤਾਂ ਜਥੇਦਾਰ ਲੰਘਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਤਾਂ ਮਨ ਨੂੰ ਬੜੀ ਠੇਸ ਲੱਗਦੀ ਹੈ ਕਿ ਇਹ ਅਸੀਂ ਕਿਸ ਪਾਸੇ ਤੁਰੇ ਹੋਏ ਹਾਂ। ਸੋ ਜਿਵੇਂ ਗੁਰਬਾਣੀ ਵਿੱਚ ਫਰਮਾਨ ਹੈ, ਆਪਾਂ ਆਪਣੇ ਵਿਸ਼ੇ ਵੱਲ ਆਈਏ। ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ द्वार, ਮਤ ਹਰ पूछे ਕੌਣ ਹੈ, ਪਰਾ ਹਮਾਰੇ ਬਾਰ। ਕਬੀਰ ਸਾਹਿਬ ਦਾ ਸ਼ਬਦ ਹੈ। ਮਰਨਾ ਲਫ਼ਜ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ 1430 ਪੰਨਿਆਂ ਦੇ ਵਿੱਚ ਬਹੁਤ ਵਾਰੀ ਆਇਆ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ, ਉਹ ਇਤਿਹਾਸਕ ਤੇ ਧਾਰਮਿਕ ਗ੍ਰੰਥਾਂ ਦੇ ਵਿੱਚ। ਸ਼ਹੀਦੀ, ਸ਼ਹਾਦਤ ਫਾਰਸੀ ਦਾ ਲਫ਼ਜ਼ ਹੈ। ਸ਼ਹਾਦਤ ਦਾ ਮਤਲਬ ਹੁੰਦਾ ਹੈ ਗਵਾਹੀ, ਐਵੀਡੈਂਸ। ਮੈਂ ਵਕਾਲਤ ਦੇ ਪੇਸ਼ੇ ਨਾਲ ਸੰਬੰਧ ਰੱਖਦਾ ਬਤੌਰ ਐਡਵੋਕੇਟ ਹਾਂ। ਅਕਸਰ ਅਸੀਂ ਅਦਾਲਤ ਦੇ ਵਿੱਚ ਇਹ ਬੋਲੀ, ਕਿਉਂਕਿ ਅਦਾਲਤ ਦੇ ਵਿੱਚ ਅੱਜ ਵੀ ਪੁਰਾਣੀ ਉਰਦੂ ਬੋਲੀ, ਪੁਰਾਣਾ ਅਦਾਲਤਾਂ ਦੇ ਕੰਮ ਉਰਦੂ ਵਿੱਚ ਹੁੰਦਾ ਸੀ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੋ ਸਰਕਾਰੇ ਖਾਲਸਾ ਦੀ ਸਰਕਾਰੀ ਬੋਲੀ ਸੀ, ਓਫੀਸ਼ੀਅਲ ਲੈਂਗੁਏਜ ਸੀ, ਉਹ ਵੀ ਫਾਰਸੀ ਸੀ।
ਬਹੁਤਾਤ ਕੰਮ ਅਦਾਲਤਾਂ ਦਾ ਉਰਦੂ ਤੇ ਫਾਰਸੀ ਵਿੱਚ ਹੋਣ ਕਰਕੇ ਹੁਣ ਵੀ ਬਹੁਤ ਸਾਰੇ ਅਦਾਲਤੀ ਕਾਰਵਾਈ ਦੇ ਵਿੱਚ ਉਰਦੂ ਜਾਂ ਫਾਰਸੀ ਦੇ ਲਫ਼ਜ਼ ਬਹੁਤ ਸਾਰੇ ਨੇ। ਅਕਸਰ ਉੱਥੇ ਕਿਹਾ ਜਾਂਦਾ ਜਦੋਂ ਗਵਾਹੀ ਕਰਵਾਉਣੀ ਹੋਵੇ ਤਾਂ ਫਲਾਣੇ ਦੀ ਸ਼ਹਾਦਤ ਕਰਵਾਉਣੀ ਹੈ। ਸ਼ਹੀਦ ਹੁੰਦਾ ਸੀ ਗਵਾਹੀ ਦੇ ਵਿੱਚ ਗਵਾਹ ਵਾਸਤੇ ਵਰਤਣਾ। ਸ਼ਹਾਦਤ ਹੁੰਦੀ ਹੈ ਗਵਾਹੀ, ਸੱਚ ਦੀ ਗਵਾਹੀ, ਦ੍ਰਿੜਤਾ ਦੀ ਗਵਾਹੀ, ਚੰਗੇ ਨੇਕੀ ਦੀ ਗਵਾਹੀ, ਚੰਗੇ ਕੰਮਾਂ ਦੀ ਗਵਾਹੀ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਇੱਕ ਕੋਟ ਬੜਾ ਅੱਜ ਕੱਲ ਕੀ ਬੜਾ ਵਧੀਆ ਕੋਟ ਹੈ, ਇੱਕ ਬਹੁਤ ਸਿਆਣੇ ਪੁਰਸ਼ ਜਿਨ੍ਹਾਂ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਮਿਲਿਆ ਸੀ, ਉਹਨਾਂ ਵੱਲੋਂ ਵੀ ਵਰਤਿਆ ਗਿਆ ਸੀ ਕਿ ਜ਼ਮੀਰ ਦਾ ਮਰ ਜਾਣਾ ਮੌਤ ਹੁੰਦਾ ਹੈ, ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦਾ। ਅਕਸਰ ਸਰੀਰ ਦਾ ਜ਼ਮੀਰ ਜਦੋਂ ਮਰ ਗਈ ਤਾਂ ਉਦੋਂ ਹੀ ਮੌਤ ਗਿਣਿਆ ਜਾਂਦੀ ਹੈ, ਸਰੀਰ ਦੇ ਮਰਨ ਨਾਲ ਮੌਤ ਨਹੀਂ ਹੁੰਦੀ। सो शहीद की जो मौत है वो कौम की हयात है, हयात तो हयात है वो मौत भी हयात है। ਜਾਂ ਫਿਰ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਬਹੁਤ ਸਾਰੇ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ ਤਸਵੀਰ ਬਦਲਦੀ ਕੌਮਾਂ ਦੀ। ਸੋ ਇਹ ਸ਼ਹਾਦਤ ਦਾ ਸਫ਼ਰ, ਗੱਲ ਫਿਰ ਉੱਥੇ ਕਿ ਕੇਵਲ ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦਾ, ਤੁਹਾਡੀ ਜ਼ਮੀਰ ਦਾ ਮਰ ਜਾਣਾ ਮੌਤ ਹੁੰਦਾ, ਤੁਹਾਡੀ ਵਿਚਾਰਧਾਰਾ ਦਾ ਮਰ ਜਾਣਾ ਮੌਤ ਹੁੰਦਾ। ਜਦੋਂ ਇੱਕ ਕੌਮ ਦੀ, ਇੱਕ ਧਰਮ ਦੀ ਵਿਚਾਰਧਾਰਾ ਜਿਹਦੇ ਸਿਰ ਕੌਮ ਜਿਉਂਦੀ ਹੈ, ਜਿਹਦੇ ਸਿਰ ਤੇ ਕੌਮ ਕੁਰਬਾਨੀਆਂ ਕਰਨੀਆਂ, ਜਿਹਦੇ ਸਿਰ ਤੇ ਕੌਮ ਦੀ ਚੜ੍ਹਦੀ ਕਲਾ ਹੁੰਦੀ ਹੈ, ਕੁਝ ਫੰਡਾਮੈਂਟਲਸ ਹੁੰਦੇ ਨੇ, ਰੂਲਸ ਐਂਡ ਰੈਗੂਲੇਸ਼ਨ ਹੁੰਦੇ ਨੇ, ਕੁਝ ਨਿਯਮ ਹੁੰਦੇ ਨੇ, ਜਦੋਂ ਉਹਨਾਂ ਨੂੰ ਤਲੰਦਲੀ ਦੇ ਦਿੱਤੀ ਜਾਂਦੀ ਹੈ ਤਾਂ ਸਹੀ ਮਾਨਿਆਂ ਦੇ ਵਿੱਚ ਕੌਮ ਦੀ ਮੌਤ ਹੋ ਜਾਂਦੀ ਹੈ, ਇਨਸਾਨ ਦੀ ਮੌਤ ਹੋ ਜਾਂਦੀ ਹੈ, ਤਾਂ ਜ਼ਮੀਰ ਦੀ ਮੌਤ ਹੋ ਜਾਂਦੀ ਹੈ। ਜ਼ਮੀਰ ਹਰ ਹਾਲਤ ਵਿੱਚ ਜਿਉਂਦਾ ਰਹਿਣੀ ਚਾਹੀਦੀ ਹੈ। 1469 ਦੇ ਵਿੱਚ, ਜਿਹਨੂੰ ਰਾਏ ਭੋਏ ਦੀ ਤਲਵੰਡੀ ਕਹਿੰਦੇ ਨੇ, ਨਨਕਾਣੇ ਦੀ ਉਹ ਪਵਿੱਤਰ ਧਰਤੀ ਜਿਹਨੂੰ ਪਹਿਲਾਂ ਰਾਏ ਭੋਏ ਦੀ ਤਲਵੰਡੀ ਆਖਿਆ ਜਾਂਦਾ ਸੀ, ਦੀਨ ਦੁਨੀਆ ਦੇ ਉਹ ਰਹਿਬਰ ਜਿਹਦੇ ਬਾਰੇ ਉਰਦੂ ਦਾ ਬੜਾ ਮਹਾਨ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਲਿਖਦਾ ਹੈ कि फिर उठी तौहीद सदा, फिर उठी आखिर सदा तौहीद की पंजाब से, हिंद को एक मर्दे कामिल ने जगाया ख्वाब से। धन गुरु नानक साहब का प्रकाश हुंदा है। नानक साहब दे आउण नाल, जदों नानक आया, नानक दे आउण नाल राय भोज दी तलवंडी ननकाणा बन जाती है, ननकाणा साहब हो जाती है। अक्सर कुछ को इंसान सज्जन सोचते हैं कई बार कि गुरु नानक साहब डिफरेंशिएट कर देंगे कि 10वें पातशाह धन गुरु गोबिंद सिंह सच्चे पातशाह ते गुरु नानक साहब दे विच फर्क है। गुरु गोबिंद सिंह जी नूं जदों असीं वेखदे हां ते उन्हां नूं एक नीले घोड़े दे उपर सवार, हत्थ विच सरी साहब, सीस दे उपर कलगी, नीला बाणा, पातशाहां वाली महाराजियां वाली दस्तार, साडे मन दे विच महाराज पातशाह वाली वो एक बिंब बन जाता है। तो जो गुरु नानक साहब नाल असीं सोचते हैं कि वो गुरु नानक साहब ने बिल्कुल बड़ी वैरागमई ते जां धीरज वाली बाणी होएगी, ते गुरु गोबिंद सिंह जी की बाणी वीर रस है, सुरमताई वाली बाणी है। असीं कई बारी उन्हां दी आइडियोलॉजी च कई बारी आम इंसान जिन्हां नूं नहीं थोड़ा पता वो फर्क पा लैंदे ने, पर जोत एक है, कोई फर्क नहीं। साडा गुरु शब्द है, 10 गुरुआं दी जागदी जोत है। जोत जुगत साई सक आया फेल पलटी है। जो जोत गुरु नानक साहब दे विच सी, उही गुरु अंगद साहब, गुरु अमरदास साहब, सारे पातशाहियां तो हुंदी हुई उही जोत धन श्री गुरु गोबिंद सिंह दे विच, उही जोत फिर गुरु ग्रंथ साहब जी दे विच समा जांदी है। कई बारी सानू बड़ा भुलेखा हो जाता है। गुरु नानक साहब का एक बड़ा पवित्र
शब्द सारे पवित्र ने, बड़ा प्यारा जिहा शब्द है कि जो तो प्रेम खेलन का चाओ, सिर धर तली गली मोरी आओ, इत मार्ग पैर धरीजै, सिर दीजै कान ना कीजै। कई सज्जने भुलेखे विच पै जांदे ने कि ये शब्द गुरु नानक साहब दा नहीं हो सकता किसी होर गुरु दा होवे, क्योंकि बड़ी वीर रस वाली गल कीती है कि सिर दीजै कान ना कीजै, सिर धर तली गली मोरी आओ। ते गुरु नानक साहब ने तां शुरुआत ही इत्थों कीती है। गुरु नानक साहब दा फलसफा अक्सर ਅਸੀਂ ਭਾਵੇਂ ਸਿੱਖ ਮੂਰਤੀ ਪੂਜਾ ਸਿੱਖੀਜ਼ਮ ਦੇ ਵਿੱਚ ਬਿਲਕੁਲ ਮਨਾਹੀ ਹੈ, ਖੰਡਨ ਹੈ, ਪਰ ਅਸੀਂ ਜੋ ਸਾਡੇ ਵਿੱਚ ਤਸੱਵਰ ਅਸੀਂ ਕੀਤੀ ਹੋਈ ਆਪਣੀ ਜ਼ਿਹਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਮੂਰਤ, ਅਕਸਰ ਸਾਡੇ ਘਰਾਂ ਦੇ ਵਿੱਚ ਜਾਂਦੇ ਆ ਤਾਂ ਪਿੱਛੇ ਇੱਕ ਔਰਾ ਘੁੰਮ ਰਿਹਾ ਹੈ ਕਿ ਬਹੁਤ ਸੋਹਣਾ ਚਿੱਟਾ ਦਾੜਾ ਹੈ, ਗੋਲ ਦਸਤਾਰ ਬੰਨੀ ਹੈ, ਹੱਥ ਵਿੱਚ ਸਿਮਰਨ ਹੈ ਜੀ, ਮਾਲਾ ਪਾਈ ਹੈ, ਬਾਬਾ ਗੁਰੂ ਨਾਨਕ ਏਦਾਂ ਹੱਥ ਲੈ ਕੇ, ਮਤਲਬ ਇਹ ਸਾਡੇ ਚ ਆ ਜਾਂਦੀ ਹੈ। ਪਰ ਤੁਸੀਂ ਇੱਕ ਤਸੱਵਰ ਕਰਕੇ ਮਨ ਚ ਥੋੜਾ ਜਿਹਾ ਆਪਣੀਆਂ ਸੁਰਤਾਂ ਨੂੰ ਕਰਤਾਰਪੁਰ ਸਾਹਿਬ ਲੈ ਕੇ ਜਾਇਓ, ਜਿੱਥੇ 18 ਵਰੇ ਗੁਰੂ ਨਾਨਕ ਸਾਹਿਬ ਨੇ ਖੇਤੀ ਕਰੀ। ਲਗਭਗ 104 ਏਕੜ ਜ਼ਮੀਨ ਹੈ। ਮੈਂ ਥੋੜੇ ਮਹੀਨੇ ਪਹਿਲਾਂ ਯਾਤਰਾ ਕਰਕੇ ਆਇਆ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਜੋਤੀ ਜੋਤ ਸਮਾਏ ਨੇ ਹਿੰਦੂ ਸਾਹਿਬ। ਤੇ ਤੁਸੀਂ, ਮੇਰਾ ਖਿਆਲ ਹੈ ਜਦੋਂ ਗੁਰੂ ਨਾਨਕ ਦੀ ਤਸਵੀਰ, ਗੁਰੂ ਨਾਨਕ ਦੀ ਵੈਸੇ ਮੂਰਤੀ ਦੀ ਮੈਂ ਬਾਰ-ਬਾਰ ਕਹਿੰਦਾ ਕਿ ਬਿਲਕੁਲ ਬਣਾਈਏ, ਜੇ ਤੁਸੀਂ ਤਸੱਵਰ ਕਰਕੇ ਵੇਖੋ ਆਪਣੇ ਜ਼ਿਹਨ ਦੇ ਵਿੱਚ ਕਿ ਗੁਰੂ ਨਾਨਕ ਸਾਹਿਬ ਜੀ ਕਿੱਦਾਂ ਦੇ ਹੋਣਗੇ, ਮਨੁੱਖੀ ਜਾਮੇ ਦੇ ਵਿੱਚੋਂ ਕਿੱਦਾਂ ਦੇ ਹੋਣਗੇ, ਤਾਂ ਮੈਨੂੰ ਮੇਰੇ ਮਨ ਦੇ ਵਿੱਚ ਏਦਾਂ ਹੁੰਦਾ ਵੀ ਇੱਕ ਕਿਰਤੀ ਜ਼ਿਮੀਂਦਾਰਾ ਖੇਤਾਂ ਦੇ ਵਿੱਚੋਂ ਹਲ ਵਾਹ ਕੇ ਆ ਰਿਹਾ, ਬਿਆਈਆਂ ਉਹਨ ਜਾਂ 25-30 ਹਜ਼ਾਰ ਕਿਲੋਮੀਟਰ ਉਦਾਸੀਆਂ ਕਰਕੇ ਪੂਰੀ ਦੁਨੀਆ ਨੂੰ, ਜਗਤ ਜਲੰਦੇ ਨੂੰ ਤਾਰ ਕੇ ਆ ਰਿਹਾ, ਬਿਆਈਆਂ ਪਾਟੀਆਂ ਹੋਈਆਂ ਕਿ ਪਿੰਨੀਆਂ ਥਕਾਵਟ ਨਾਲ ਚੂਰ ਹੋਈਆਂ ਪਈਆਂ, ਚਿਹਰੇ ਤੇ ਮੁੜਕ ਹੈ, ਬੜੀ ਢੱਠੀ ਜੀ ਪੱਗ ਬੰਨੀ ਹੈ, ਹੱਥ ਸਾਰਾ ਸਰੀਰ ਕਿਰਤ ਕਰਕੇ ਆ ਰਿਹਾ ਹੈ, ਇੱਕ ਜਿਵੇਂ ਬਹੁਤ ਮਿਹਨਤੀ ਕਿਰਤੀ ਇਨਸਾਨ ਹੁੰਦਾ। ਮੇਰੇ ਏਦਾਂ ਜ਼ਿਹਨ ਚ ਸਭ ਏਦਾਂ ਹੋਣਗੇ। ਉਹਨਾਂ ਨੇ ਕਿਤੇ ਨਹੀਂ ਏਦਾਂ ਕਿਹਾ ਵੀ ਤੁਸੀਂ ਬਿਲਕੁਲ ਹੱਠ ਧਰਮ ਏਦਾਂ ਦੀ ਕੋਈ ਤਪੱਸਿਆ ਵਾਲੀ ਗੱਲ ਹੋਵੇ ਕਿਤੇ। ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿਰਤ ਨੂੰ ਪ੍ਰਧਾਨਤਾ ਦਿੱਤੀ ਹੈ ਗੁਰੂ ਨਾਨਕ ਸਾਹਿਬ ਨੇ, ਕਿਰਤ ਨੂੰ ਹਮੇਸ਼ਾ ਹੀ ਪ੍ਰਧਾਨਤਾ ਦਿੱਤੀ ਹੈ, ਗ੍ਰਸਤ ਨੂੰ ਪ੍ਰਧਾਨਤਾ ਦਿੱਤੀ ਹੈ। ਗ੍ਰਸਤੀ ਹੁੰਦੇ ਹੋਏ, ਕੀਰਤੀ ਹੁੰਦੇ ਹੋਏ ਤੁਸੀਂ ਨਿਰਲੇਪ ਅਕਾਲ ਪੁਰਖ ਨਾਲ ਜੁੜੇ ਵੀ ਰਹਿਣਾ। ਗੁਰੂ ਨਾਨਕ ਸਾਹਿਬ ਨੂੰ ਕੇਵਲ ਆਪਾਂ ਗੁਰੂ, ਕਿਉਂਕਿ ਆਪ ਨਾਰਾਇਣ ਕਲਾ ਧਾਰ ਜਗ में परवरिया, ਨਿਰੰਕਾਰ ਆਕਾਰ ਜੋਤ ਜਗ ਮੰਡ ਕਰਿਓ। ਕੇਵਲ ਗੁਰੂ ਨਾਨਕ ਸਾਹਿਬ ਇੱਕ ਗੁਰੂ, ਇੱਕ ਰਹਿਬਰ, ਇੱਕ ਨਿਰੰਕਾਰ, ਇੱਕ ਆਪ ਸੰਪੂਰਨ ਮਨੁੱਖ ਇਹ ਨਹੀਂ, ਇਹ ਤਾਂ ਹੈ ਹੀ ਨੇ। ਨਾਲ ਦੀ ਨਾਲ ਜਦੋਂ ਵੇਖਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਇੱਕ ਰੈਵੋਲੂਸ਼ਨਰੀ ਨੇ, ਇਨਕਲਾਬੀ ਨੇ, ਐਸੇ ਇਨਕਲਾਬੀ ਜਿਹੜੇ ਜਦੋਂ ਕੁਰਸ਼ੇਤਰ ਦੀ ਧਰਤੀ ਤੇ ਜਾਂਦੇ ਨੇ ਸੂਰਜ ਗ੍ਰਹਿਣ ਦੇ ਵਿੱਚ, ਉੱਥੇ ਐਸਾ ਕੌਤਕ ਕਰਦੇ ਨੇ ਕਿ ਸਾਰੀ ਦੁਨੀਆ ਪੁੱਛਦੀ ਹੈ ਬਾਬਾ ਕਰ ਕੀ ਰਿਹਾ। ਦੁਨੀਆ ਚੜ੍ਹਦੇ ਨੂੰ ਪਾਣੀ ਪਾ ਰਹੀ ਹੈ, ਸੂਰਜ ਨੂੰ ਬਾਬਾ ਲਹਿੰਦੇ ਨੂੰ ਪਾਣੀ ਪਾਉਣ ਲੱਗ ਜਾਂਦਾ। ਵੇਖੋ, ਦੱਸਣ ਦਾ, ਸਮਝਾਉਣ ਦਾ ਤਰੀਕਾ ਬੜਾ ਨਿਰਾਲਾ ਸੀ। ਭਾਵੇਂ ਉਹ ਜਗਨਨਾਥਪੁਰੀ ਜਾਂਦੇ ਨੇ, ਉੱਥੇ ਆਰਤੀ ਕਰ ਰਹੇ ਮੰਦਿਰ ਦੇ ਵਿੱਚ, ਤਾਂ ਗੁਰੂ ਸਾਹਿਬ ਕਹਿੰਦੇ ਨੇ ਨਹੀਂ, ਉਹ ਜੋ ਆਰਤੀ ਹੋ ਰਹੀ ਹੈ ਨਾ, ਉਹਦੇ ਵਰਗੀ ਆਰਤੀ ਕੋਈ ਨਹੀਂ, ਆਪਣੇ ਆਪ ਹੀ ਆਰਤੀ ਹੋ ਰਹੀ ਹੈ। ਕੁਦਰਤ ਨੂੰ ਪਿਆਰ ਕਰਨਾ ਸਿਖਾਉਂਦੇ ਨੇ। ਅਸੀਂ ਅਕਸਰ ਕਹਿ ਦਿੰਦੇ ਹਾਂ ਕਿ ਸੱਜਣ ਠੱਗ, ਉਹ ਹਜੇ ਵੀ ਸੱਜਣ ਠੱਗ ਰਹਿ ਗਿਆ। ਜਿਹਨੂੰ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਮਿਲ ਗਈ, ਜਿਹਨੇ ਗੁਰੂ ਨਾਨਕ ਸਾਹਿਬ ਤੋਂ ਉਪਦੇਸ਼ ਲੈ ਲਿਆ, ਉਹ ਸੱਜਣ ਠੱਗ ਨਹੀਂ, ਉਹ ਭਾਈ ਸੱਜਣ ਬਣ ਗਿਆ। ਭੂਮੀਆਂ ਚੋਰ ਨਹੀਂ ਰਿਹਾ, ਭਾਈ ਭੂਮੀਆਂ ਬਣ ਗਿਆ। ਗੁਰੂ ਨਾਨਕ ਸਾਹਿਬ ਨੇ ਆਪ ਜੀਵਨ ਜੀ ਕੇ ਪੂਰਨੇ ਪਾ ਕੇ ਦੱਸੇ। ਗੁਰੂ ਅੰਗਦ ਸਾਹਿਬ ਆਉਂਦੇ ਨੇ, ਅਮਰਦਾਸ ਸਾਹਿਬ, ਰਾਮਦਾਸ ਸਾਹਿਬ, ਪੰਜਵੇਂ ਪਾਤਸ਼ਾਹ ਆਉਂਦੇ ਨੇ, ਕਿਉਂਕਿ ਆਪਣਾ ਵਿਸ਼ਾ ਹੈ, ਸ਼ੁਰੂਆਤ ਇੱਥੋਂ ਕਰਨੀ ਸੀ। ਆਪਣਾ ਵਿਸ਼ਾ ਹੈ ਸਫਰੇ ਸ਼ਹਾਦਤ, ਸ਼ਹਾਦਤ ਦਾ ਸਫਰ ਕਿਵੇਂ ਕਿਵੇਂ ਹੁੰਦਾ। ਬੇਸਿਕਲੀ ਤਾਂ ਆਪਣੇ ਆਪ ਦੇ ਵਿੱਚ ਹੀ ਇਹ ਸ਼ਹਾਦਤ ਹੀ ਚੱਲਦੀ ਆ ਰਹੀ ਹੈ, ਕਿਉਂਕਿ ਦੁਨੀਆ ਨੂੰ ਤਾਰਨਾ, ਆਪਣੇ ਆਪ ਨੂੰ ਲੋਕਾਂ ਦੇ ਸਾਹਮਣੇ ਕਰਕੇ, ਇੱਕ ਆਪ ਨਿਰੱਬੀ ਰੂਹ ਹੁੰਦੇ ਹੋਏ ਵੀ ਇਨਸਾਨ ਵਾਂਗੂ ਵਿਚਰ ਕੇ ਦੁਨੀਆ ਨੂੰ ਉਪਦੇਸ਼ ਦੇਣਾ, ਦੁਨੀਆ ਨੂੰ ਦੱਸਣਾ,
ਬਾਬੇ ਨਾਨਕ ਨੇ, ਗੁਰੂ ਨਾਨਕ ਸਾਹਿਬ ਨੇ, ਇਹ ਕੇਵਲ ਰੈਵੋਲੂਸ਼ਨਰੀ, ਇੱਕ ਇਨਕਲਾਬੀ ਗੁਰੂ ਨਾਨਕ ਹੀ ਕਹਿ ਸਕਦਾ। ਬਾਬਰ ਨੂੰ ਜਾਬਰ ਕਹਿਣਾ ਕੋਈ ਸੌਖੀ ਗੱਲ ਨਹੀਂ ਹੈਗੀ, ਕੇਵਲ ਬਾਬਾ ਨਾਨਕ ਸਾਹਿਬ ਹੀ ਕਹਿ ਸਕਦੇ ਨੇ। ਜਿਸ ਅਕਾਲ ਪੁਰਖ ਨੂੰ ਮਿਹਣਾ ਮਾਰਨਾ ਤਾਂ ਧੰਨ ਗੁਰੂ ਨਾਨਕ ਸਾਹਿਬ ਮਾਰ ਸਕਦੇ ਨੇ। ਇਤੀ ਮਾਰ ਪਈ ਕੁਰਲਾਣਾ ਤਾਂ ਕੀ ਦਰਦ ਨਾ ਆਇਆ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਤੱਤੀਆਂ ਤਵੀਆਂ ਤੇ ਬੈਠ ਜਾਂਦੇ ਨੇ, ਸੀਸ ਦੇ ਉੱਪਰ ਤੱਤਾ ਰੇਤਾ ਪਵਾਉਂਦੇ ਨੇ। ਤੇਰਾ ਭਾਣਾ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਇਹ ਉਪਦੇਸ਼ ਦੇ ਆਪ ਕਸ਼ਟ ਸਹਾਰ ਕੇ, ਗਰਮੀ ਦੇ ਮਹੀਨੇ ਚੱਲ ਰਹੇ ਨੇ, ਪਿੱਛੇ ਜੇ ਸ਼ਹੀਦੀ ਪੁਰਬ ਲੰਘ ਕੇ ਗਿਆ। ਐਦਾਂ ਤਾਂ ਨਹੀਂ ਸ਼ਹੀਦਾਂ ਦੇ ਸਰਤਾਜ ਕਹਿੰਦੇ ਗੁਰੂ ਅਰਜਨ ਸਾਹਿਬ ਨੂੰ, ਕਿਉਂਕਿ ਉਹਨਾਂ ਨੇ ਸਾਨੂੰ ਹਰੇਕ ਦੇ ਵਿੱਚੋਂ, ਹਰੇਕ ਸਿਚੁਏਸ਼ਨ ਦੇ ਵਿੱਚੋਂ, ਹਰੇਕ ਹਾਲਾਤ ਦੇ ਵਿੱਚੋਂ ਲੰਘ ਕੇ ਵਿਖਾਇਆ, ਦੱਸਿਆ ਕਿ ਐਦਾਂ ਦੇ ਹਾਲਾਤ ਵੀ ਹੁੰਦੇ ਨੇ। ਕੌਮ ਪਿੱਛੇ, ਧਰਮ ਪਿੱਛੇ, ਜ਼ਮੀਰ ਪਿੱਛੇ, ਅਸੂਲਾਂ ਪਿੱਛੇ ਸ਼ਹੀਦੀਆਂ ਹੁੰਦੀਆਂ, ਸ਼ਹਾਦਤਾਂ ਹੁੰਦੀਆਂ। ਫਿਰ ਰੈਵੋਲੂਸ਼ਨ ਹੁੰਦਾ ਕੌਮ ਦੇ ਵਿੱਚ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੱਦੀ ਤੇ ਸੁਭਾਇਮਾਨ ਹੁੰਦੇ, ਪੀਰ ਬੈਠ ਗੁਰਪਾਲ ਅਰਜਨ ਕਾਇਆ ਪਲਟ ਕੇ ਅੰਮ੍ਰਿਤ ਹਰਗੋਬਿੰਦ ਸਵਾਰੀ। ਪਹਿਲੀ ਪੀੜੀ ਸੁਡੀ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰੂ ਸੂਰਮਾ ਗੁਰਦਾ ਬਹੁ ਬੜ ਜੋਧਾ ਬਹੁ ਪਰਉਪਕਾਰੀ। ਕੱਲ ਦਿਹਾੜਾ ਲੰਘ ਕੇ ਗਿਆ ਮੀਰੀ ਪੀਰੀ ਦਿਵਸ। ਗੁਰੂ ਸਾਹਿਬ 4 ਜੰਗਾਂ ਲੜਦੇ ਨੇ, ਕੇਵਲ ਜ਼ੁਲਮ ਦੇ ਖਿਲਾਫ, ਅੱਤ ਦੇ ਖਿਲਾਫ ਕਰਕੇ ਦੱਸਿਆ। ਜਦੋਂ 5ਵੀਂ ਜੋਤ ਦੇ ਵਿੱਚ ਤੱਤੀ ਤਵੀ ਤੇ ਬੈਠ ਕੇ ਸ਼ਹੀਦਾਂ ਦੇ ਸਰਤਾਜ ਵੱਲੋਂ ਸ਼ਹਾਦਤ ਦਿੱਤੀ, ਫਿਰ ਉਹੀ ਜੋਤ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ। ਉਹੀ ਜੋਤ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਸੀਸ ਦੇ ਉੱਪਰ ਕਲਗੀ ਸਜਾਉਂਦੀ ਹੈ। ਬਾਦਸ਼ਾਹਾਂ ਵਰਗੇ ਪਾਤਸ਼ਾਹ ਬਰਾਬਰ ਉਹਨਾਂ ਦੇ ਦਸਤਾਰਾਂ ਉਹਨਾਂ ਵਰਗੀ ਉਸ ਤੋਂ ਵੀ ਵਧੀਆ ਸਜਾਈ ਜਾਂਦੀ ਹੈ। ਸਮੇਂ ਦੀ ਹਕੂਮਤ ਦੇ ਬਰਾਬਰ ਇੱਕ ਪੈਰਲਲ ਤਖਤ ਜਿਹੜਾ ਉਸ ਤੋਂ ਵੀ ਕਿਤੇ ਉੱਪਰ ਹੈ, ਸ੍ਰੀ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ। ਜੰਗਾਂ ਯੁੱਧਾਂ ਦਾ ਟਾਈਮ ਹੁੰਦਾ ਹੈ। ਤਾਕਤਵਰ ਸਿੰਘਾਂ ਨੂੰ ਬਣਾਇਆ ਜਾਂਦਾ ਹੈ। ਸੋ ਇਹ ਜੋਤ ਅੱਗੇ ਚਲਦੀ ਚਲਦੀ 9ਵੇਂ ਪਾਤਸ਼ਾਹ ਤੱਕ ਆਉਂਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਬਾਰੇ ਅਸੀਂ ਅਕਸਰ ਕਹਿੰਦੇ ਆ ਕਿ ਕਦੇ ਇਹਨਾਂ ਨੂੰ ਕੋਈ ਕਹਿੰਦੇ ਆ ਧਰਮ ਦੀ ਚਾਦਰ, ਕਦੇ ਕਹਿੰਦੇ ਆ ਹਿੰਦ ਦੀ ਚਾਦਰ। ਨਾ, ਕਵੀ ਸੈਨਾਪਤੀ ਉਹਨਾਂ ਬਾਰੇ ਲਿਖਦਾ ਹੈ ਕਿ ਸਗਲੀ ਸ੍ਰਿਸ਼ਟ ਕੀ ਚਾਦਰ ਨੇ ਗੁਰੂ ਤੇਗ ਬਹਾਦਰ ਸਾਹਿਬ। ਪ੍ਰਗਟ ਭਏ ਗੁਰੂ ਤੇਗ ਬਹਾਦਰ, ਢਾਪੀ ਸਗਲ ਸ੍ਰਿਸ਼ਟ ਕੀ ਚਾਦਰ। ਅਸੀਂ ਇੱਕ ਖਿੱਤੇ ਦੇ ਨਾਲ ਜੋੜ ਕੇ, ਇੱਕ ਟੈਰੀਟਰੀਜ਼, ਇੱਕ ਬਾਉਂਡਰੀਜ਼, ਇੱਕ ਇਲਾਕੇ ਦੇ ਨਾਲ ਜੋੜ ਕੇ, ਇੱਕ ਦੇਸ਼ ਦੇ ਨਾਲ ਜੋੜ ਕੇ ਉਹਨਾਂ ਦੀ ਕੁਰਬਾਨੀ ਨੂੰ ਛੋਟਾ ਨਹੀਂ ਕਰ ਸਕਦੇ। ਬਹੁਤ ਵੱਡੀ ਕੁਰਬਾਨੀ ਹੈ, ਹਿਊਮਨ ਰਾਈਟਸ ਲਈ ਕੁਰਬਾਨੀ ਹੈ, ਮਨੁੱਖਤਾ ਲਈ ਕੁਰਬਾਨੀ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਪੂਰੀ ਸ੍ਰਿਸ਼ਟੀ ਲਈ ਕੁਰਬਾਨੀ ਕੀਤੀ ਉਹਨਾਂ ਨੇ, ਤੇ ਪੂਰੀ ਸ੍ਰਿਸ਼ਟੀ ਨੂੰ ਆਪਣੀ ਸਰੀਰ ਦੀ ਚਾਦਰ ਦੇ ਨਾਲ ਉਹ ਢੱਕ ਲੈਂਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੌਣੇ 42 ਸਾਲ ਦੀ ਉਮਰ ਦੇ ਵਿੱਚ ਉਹ ਕੌਤਕ, ਉਹ ਕਾਰਨਾਮੇ, ਉਹ ਐਸੇ ਪੂਰਨੇ, ਐਸੇ ਸਾਡੇ ਵਾਸਤੇ ਰਾਹ ਦਸੇਰਾ ਬਣ ਕੇ ਜਾਂਦੇ ਨੇ, ਜਿਹੜੇ ਕਿ ਆਉਣ ਵਾਲੀ ਦੁਨੀਆ ਲਈ ਪੂਰੀ ਇੱਕ ਸੇਧ ਸਾਬਤ ਹੋਵੇਗਾ। ਜਿੰਨੀ ਦੇਰ ਤੱਕ ਦੁਨੀਆ ਕਾਇਮ ਰਹੇਗੀ, ਦੁਨੀਆ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਂਦੀ ਰਹੇਗੀ। ਸ਼ਹਾਦਤ ਦਾ ਸਫ਼ਰ ਵੱਧਦਾ ਵੱਧਦਾ 1704 ਤੇ ਪੁੱਜੀ ਆਪਾਂ। ਆਨੰਦਾਂ ਦੀ ਪੁਰੀ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ, ਜੋ ਕਿ ਪਹਿਲਾਂ ਮੈਖੋਵਾਲ ਨਾਂ ਦਾ ਪਿੰਡ ਸੀ, ਆਪ ਮਾਇਆ ਹੱਥੀਂ ਖਰੀਦਿਆ। ਖਰੀਦ ਕੇ ਉਹਦਾ ਨਾਂ
ਆਪਣੇ ਮਾਤਾ ਜੀ ਦੇ ਨਾਮ ਤੇ ਚੱਕ ਮਾਤਾ ਨਾਨਕੀ ਜੀ ਰੱਖਿਆ। ਤੇ ਜਦੋਂ 1699 ਦੀ ਵਿਸਾਖੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨੁੱਖਤਾ ਦੇ ਵਿੱਚ, ਦੁਨੀਆ ਦੇ ਵਿੱਚ ਇੱਕ ਨਵੀਂ ਰੂਹ ਫੂਕਣ ਵਾਸਤੇ, ਇੱਕ ਸੰਪੂਰਨ ਮਨੁੱਖ ਦੀ ਘਾੜਤ ਘੜਨ ਲਈ, ਇੱਕ ਐਸਾ ਮਨੁੱਖ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੇ ਲਈ ਖਾਲਸੇ ਦੀ ਸਾਜਣਾ ਕੀਤੀ। ਖੰਡੇ ਬਾਣੇ ਦੀ ਪਹੁਲ ਛਕਾ ਕੇ ਖਾਲਸਾ ਸਾਜਿਆ ਤੇ ਉਸ ਆਨੰਦਾਂ ਦੀ ਪੂਰੀ ਉੱਥੇ ਹਰ ਸਮੇਂ ਆਨੰਦ ਵਰਤਦਾ ਸੀ। ਆਨੰਦਪੁਰ ਸਾਹਿਬ ਉਹਦਾ ਨਾਮਕਰਨ ਹੋਇਆ, ਜਿੱਥੇ ਕੇਸਾਂ ਦੀ ਸੰਭਾਲ ਹੋਈ, ਜਿੱਥੇ ਕੇਸਾਂ ਦਾ ਗੜ ਹੋਇਆ, ਕਿਲੇ ਬਣੇ ਉੱਥੇ ਕੇਸਗੜ੍ਹ ਸਾਹਿਬ, ਆਨੰਦਗੜ੍ਹ, ਲੋਹਗੜ੍ਹ, ਐਸੇ ਕਿਲੇ ਤਿਆਰ ਹੋਏ। ਹੱਥੀਂ ਵਸਾਇਆ ਹੋਇਆ ਘਰ ਛੱਡਣਾ ਬਹੁਤ ਔਖਾ ਹੁੰਦਾ ਹੈ। ਉਹ ਸਮਾਂ ਆ ਗਿਆ 22 ਧਾਰ ਦੇ ਰਾਜੇ, ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਕਦੇ ਗਵਾਲੀਅਰ ਦੇ ਕਿਲੇ ਵਿੱਚੋਂ 6ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਰੀ ਕਰਾਇਆ ਸੀ, ਰਿਹਾ ਕਰਵਾਇਆ ਸੀ ਗਵਾਲੀਅਰ ਦੇ ਕਿਲੇ ਚੋਂ। ਉਹਨਾਂ ਦੇ ਅੱਗਿਓਂ ਉਮਤ, ਉਹਨਾਂ ਦੀ ਔਲਾਦ ਅਹਿਸਾਨ ਫਰਾਮੋਸ਼ ਹੋ ਗਈ। 22 ਧਾਰ ਦੇ ਰਾਜੇ ਗੁਰੂ ਸਾਹਿਬ ਦੇ ਨਾਲ ਹੀ ਜੰਗਾਂ ਯੁੱਧਾਂ ਦੇ ਵਿੱਚ ਲੜਨ ਲੱਗ ਗਏ। ਗੁਰੂ ਸਾਹਿਬ ਨੇ 14 ਜੰਗਾਂ ਜ਼ਿੰਦਗੀ ਵਿੱਚ ਲੜੀਆਂ, ਪਰ ਕਿਤੇ ਚੜ ਕੇ ਨਹੀਂ ਗਏ। ਜਿਹੜਾ ਚੜ ਕੇ ਆਇਆ ਉਹਨੂੰ ਤਾਂ ਫਿਰ ਜਵਾਬ ਦੇਣਾ ਪੈਂਦਾ। ਜਦੋਂ ਨਹੀਂ ਪੇਸ਼ ਚੱਲੀ ਤਾਂ ਉਹਨਾਂ ਨੇ ਜਾ ਕੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। 22 ਧਾਰ ਦੇ ਰਾਜਿਆਂ ਨੇ ਹਾਰ ਕੇ ਘਮਾਸਾਨ ਦਾ ਯੁੱਧ ਚੱਲਿਆ। ਬਹੁਤ ਕਈ ਮਹੀਨੇ ਘੇਰਾ ਪਿਆ ਰਿਹਾ ਸ੍ਰੀ ਅਨੰਦਪੁਰ ਸਾਹਿਬ ਨੂੰ, ਕਿਲੇ ਨੂੰ। ਅਖੀਰ ਉਹ ਰਾਤ ਆ ਗਈ 7 ਪੋਹ 1704 ਦੀ। ਉਹ ਰਾਤ ਜਦੋਂ ਪਿਆਰੇ ਉਹ ਨਗਰੀ ਜਿਹਨੂੰ ਗੁਰੂ ਸਾਹਿਬ ਨੇ ਹੱਥੀਂ ਵਸਾਇਆ ਸੀ, ਜਿੱਥੇ ਕਦੇ ਨਿੱਕੇ ਨਿੱਕੇ ਬਾਲ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਉਸ ਗਲੀਆਂ ਵਿੱਚ ਖੇਡਦੇ ਹੋਣਗੇ, ਜਿੱਥੇ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ ਭਰ ਜਵਾਨੀ ਉਹਨਾਂ ਦੀ ਉੱਥੇ ਬੀਤੀ ਹੋਏਗੀ, ਜਿੱਥੇ ਗੁਰੂ ਸਾਹਿਬ ਨੇ ਉਹ ਕੋਤਕ ਰਚਾਏ ਹੋਣਗੇ, ਜਿੱਥੇ ਕਦੀ ਦਰਬਾਰ ਸਜਦੇ ਹੋਣਗੇ, ਉਹਨੂੰ ਛੱਡਣ ਦਾ ਵੇਲਾ ਆ ਗਿਆ। ਛੱਡਣਾ ਕਿਉਂ ਪਿਆ? ਹਕੂਮਤਾਂ ਨੇ, ਜ਼ਾਲਮਾਂ ਨੇ ਬਹੁਤ ਆਖਿਆ ਕਿ ਛੱਡ ਜਾਓ, ਅਸੀਂ ਨਹੀਂ ਕਰਾਂਗੇ, ਅਸੀਂ ਤੁਹਾਨੂੰ ਆਖਾਂਗੇ ਨਹੀਂ, ਤੁਸੀਂ ਕਿਲਾ ਛੱਡ ਜਾਓ। ਪਰ ਗੁਰੂ ਸਾਹਿਬ ਨੇ ਬਿਲਕੁਲ ਹੋਇਆ ਕਿ ਅਖੀਰ ਦੇ ਵਿੱਚ ਉਹਨਾਂ ਨੇ ਇੱਕ, ਕਿਉਂਕਿ ਧਰਮ ਤੇ ਸਿਆਸਤ ਹਮੇਸ਼ਾ ਇਹ ਰਲ ਗੱਡ ਰਹੇ ਨੇ। ਸਿਆਸਤ ਧਰਮ ਨੂੰ ਚਲਦੀ ਰਹੀ ਹੈ। ਜਿਹੜੇ ਸਿਆਸੀ ਰਾਜੇ ਹੁੰਦੇ ਨੇ ਉਹ ਧਰਮ ਨੂੰ ਜਾਣ ਬੁੱਝ ਕੇ ਆਪਣੇ ਲਈ ਵਰਤਦੇ ਨੇ, ਕਿਉਂਕਿ ਭਾਵੇਂ ਪੁਰਾਤਨ ਕਾਲ ਦੀ ਗੱਲ ਕਰ ਲਈਏ, ਭਾਵੇਂ ਅਜੋਕੇ ਕਾਲ ਦੀ ਗੱਲ ਕਰ ਲਈਏ, ਉਹ ਅੱਜ ਵੀ ਇਹੀ ਕੁਛ ਰਿਹਾ। ਅੱਜ ਵੀ ਸਿਆਸਤ ਧਰਮ ਦੇ ਉੱਪਰ ਹਾਵੀ ਹੋ ਰਹੀ ਹੈ। ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ, ਸਿਆਸਤ ਨੇ ਧਰਮ ਦੇ ਅਕੀਦੇ ਦੇ ਵਿੱਚ ਇੱਕ ਲਪੇਟ ਕੇ ਇੱਕ ਚਾਲ ਖੇਡੀ। ਸਾਲਗ੍ਰਾਮ ਆਟੇ ਦੀ ਗਊ ਬਣਾ ਕੇ, ਕੁਰਾਨ ਲਿਆ ਕੇ, ਕਸਮਾਂ ਖਾਧੀਆਂ ਕਿ ਗੁਰੂ ਸਾਹਿਬ ਤੁਸੀਂ ਕਿਲੇ ਨੂੰ ਛੱਡ ਜਾਓ, ਅਸੀਂ ਤੁਹਾਡੇ ਉੱਪਰ ਹਮਲਾ ਨਹੀਂ ਕਰਾਂਗੇ। ਅਕਸਰ ਕਹਿੰਦੇ ਆ ਕਿ ਗੁਰੂ ਸਾਹਿਬ ਨੂੰ ਛਲਿਆ, ਪਰ ਗੁਰੂ ਸਾਹਿਬ ਨਹੀਂ ਛਲੇ ਜਾ ਸਕਦੇ। ਜਿਹੜਾ ਦੇਨ ਦੁਨੀਆ ਦੀ ਸਮਝ ਰੱਖਦਾ ਹੋਵੇ ਉਹਨੂੰ ਛਲਿਆ ਨਹੀਂ ਜਾ ਸਕਦਾ। ਗੁਰੂ ਸਾਹਿਬ ਨੇ ਪ੍ਰੈਕਟੀਕਲ ਕਰਕੇ ਵਿਖਾਣਾ ਸੀ, ਉਹ ਵੀ ਵਿਖਾਇਆ ਉੱਥੇ। ਪਰ ਗੁਰੂ ਸਾਹਿਬ ਨੇ ਜਦੋਂ ਇਹ ਵੇਖਿਆ ਕਿ ਹੁਣ ਗੱਲ ਧਾਰਮਿਕ ਚਿੰਨ੍ਹਾਂ ਦੀ ਆ ਗਈ, ਇੱਥੇ ਥੋੜੀ ਜਿਹੀ ਇੱਕ ਨੁਕਤਾ ਸਮਝਣ ਦੀ ਗੱਲ ਹੈ ਕਿ ਮੈਂ ਇਹ ਦੱਸਣਾ ਚਾਹੁੰਦਾ ਕਿ ਕੇਵਲ ਮੈਂ ਆਪਣੇ ਧਰਮ ਦਾ ਸਤਿਕਾਰ ਕਰਦਾ, ਮੈਂ ਜੇ ਧਰਮਾਂ ਦਾ ਵੀ ਬਰਾਬਰ ਸਤਿਕਾਰ ਕਰਦਾ। ਠੀਕ ਹੈ, ਆਪਣੇ ਬਾਣੀ ਦੇ ਵਿੱਚ, ਬਾਣੇ ਦੇ ਵਿੱਚ, ਆਪਣੀ ਧਾਰਮਿਕ ਰੋਹ ਰੀਤਾਂ ਦੇ ਵਿੱਚ ਅਸੀਂ ਪਰਪੱਕ ਰਹਿਣਾ ਹੈ, ਪਰ ਬਾਕੀ ਧਰਮਾਂ ਦੇ ਅਸੀਂ ਧਰਮ ਚਿੰਨ੍ਹਾਂ ਦਾ ਵੀ ਸਤਿਕਾਰ ਕਰਨਾ। ਜੇ ਅੱਜ ਮੈਂ ਇਹਨਾਂ ਨੂੰ ਰਿਜੈਕਟ ਕਰਦਾ, ਅੱਜ ਨਾ ਗੱਲ ਮੰਨੀ, ਤੇ ਕੱਲ ਨੂੰ ਇਹ ਨਵਾਂ ਇਤਿਹਾਸ ਕੁਝ ਬਣ ਜਾਏਗਾ ਕਿ ਗੁਰੂ ਸਾਹਿਬ ਬਾਕੀ ਧਰਮਾਂ ਦੇ ਜਾਂ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਨਹੀਂ ਸੀ ਕਰਦੇ। ਗੁਰੂ ਸਾਹਿਬ ਨੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦੇ ਹੋਏ ਆਨੰਦਪੁਰ ਸਾਹਿਬ ਦਾ ਕਿਲਾ ਹੱਥੀਂ ਵਸਾਇਆ ਘਰ ਛੱਡਣਾ ਬਹੁਤ ਔਖਾ ਹੁੰਦਾ ਹੈ।
ਤੁਸੀਂ ਯੂਰਪ ਦੀ ਧਰਤੀ ਤੇ ਬੈਠੇ ਹੋ, ਵਿਦੇਸ਼ਾਂ ਵਿੱਚ ਬੈਠੇ ਹੋ, ਰਾਤ ਨੂੰ ਸੁੱਤੇ ਪਿਆਂ ਨੂੰ ਤੁਹਾਨੂੰ ਸੁਪਨੇ ਵੀ ਆਪਣੇ ਪਿੰਡ ਵਾਲੇ ਘਰ ਦੇ ਆਉਂਦੇ ਹੋਣਗੇ। ਆਪਣਾ ਘਰ, ਆਪਣਾ ਪਰਿਵਾਰ ਨਜ਼ਰ ਹੀ ਆਉਂਦਾ ਹੋਏਗਾ। ਹਰ ਸਮੇਂ ਆਪਣੇ ਘਰ ਨਾਲ ਜੁੜ ਕੇ ਬੈਠੇ ਰਹਿੰਦੇ ਹੋਣਗੇ। ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ। ਅਨੰਦਪੁਰ ਸਾਹਿਬ ਛੱਡ ਕੇ ਜਦੋਂ ਨਿਕਲੇ ਤਾਂ ਦੁਸ਼ਮਣਾਂ ਨੇ, ਪਤਾ ਸੀ ਗੁਰੂ ਸਾਹਿਬ ਨੂੰ, ਪਿੱਛੋਂ ਹੱਲਾ ਬੋਲ ਦਿੱਤਾ, ਧਾਵਾ ਬੋਲ ਦਿੱਤਾ। ਕਸਮਾਂ ਦੇ ਉੱਪਰ ਕਾਇਮ ਨਹੀਂ ਰਹੇ ਹੈਗੇ। ਬੜਾ ਉੱਥੇ ਜੰਗ ਹੋਇਆ ਰਾਤ ਦੇ ਹਨੇਰੇ ਦੇ ਵਿੱਚ। 7 ਪੋ 1704 ਨੂੰ ਕਿਲਾ ਛੱਡਿਆ। ਸਰਸਾ ਬੜਾ ਚੜ੍ਹ ਕੇ ਆਇਆ ਹੋਇਆ ਸੀ। ਸਰਸਾ ਦੇ ਉੱਪਰ ਜਦੋਂ ਬੜਾ ਘਮਾਸਾਨ ਦਾ ਯੁੱਧ ਹੋ ਰਿਹਾ ਸੀ ਤਾਂ ਵੱਡੇ ਪੁੱਤਰ ਬਾਬਾ ਅਜੀਤ ਸਿੰਘ, ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ, ਉਹ ਜਾ ਕੇ ਦੁਸ਼ਮਣਾਂ ਨਾਲ ਪੂਰਾ ਉਹਨੂੰ ਰੋਕ ਕੇ ਰੱਖਿਆ। ਗੁਰੂ ਸਾਹਿਬ ਨੇ ਆਦੇਸ਼ ਦਿੱਤਾ ਕਿ ਬੇਟਾ ਤੁਸੀਂ ਆ ਜਾਓ। ਉਦੋਂ ਹੋ ਸਕਦਾ ਕਈਆਂ ਨੇ ਸੋਚਿਆ ਹੋਵੇ ਕਿ ਗੁਰੂ ਸਾਹਿਬ ਨੇ ਸਿੰਘਾਂ ਨੂੰ ਭੇਜਤਾ, ਪਰ ਆਪਣੇ ਵੱਡੇ ਪੁੱਤਰ ਨੂੰ ਜੰਗ ਦੇ ਵਿੱਚੋਂ ਵਾਪਸ ਕਿਉਂ ਬੁਲਾ ਲਿਆ ਆਪਣੇ ਕੋਲ? ਕਾਰਨ ਸੀ, ਗੁਰੂ ਸਾਹਿਬ ਨੂੰ ਪਤਾ ਸੀ ਕਿ ਤੇਰੀ ਰਣ ਭੂਮੀ ਹਜੇ ਨਹੀਂ ਆਈ ਅਜੀਤ ਸਿਆਂ। ਤੇਰੀ ਰਣ ਭੂਮੀ ਦਾ, ਤੇਰੀ ਜਿੱਥੇ ਤੂੰ ਸ਼ਹੀਦ ਹੋਣਾ, ਜਿੱਥੇ ਤੂੰ ਇੱਕ ਚਾਨਣ ਮਨਾਰਾ ਬਣ ਕੇ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ, ਇੱਕ ਉਦਾਹਰਨ ਸੈੱਟ ਕਰਨੀ ਹੈ, ਉਹ ਹਜੇ ਦੂਰ ਹੈ। ਉਹ ਗੜੀ ਤੈਨੂੰ ਆਵਾਜ਼ਾਂ ਮਾਰ ਰਹੀ ਹੈ, ਚਮਕੌਰ ਦੀ ਗੜੀ। ਇੱਥੇ ਤੇਰਾ ਇਹ ਟਿਕਾਣਾ ਨਹੀਂ ਹੈ। ਗੁਰੂ ਸਾਹਿਬ ਜਾਣਦੇ ਸੀ। ਉੱਥੇ ਬਹੁਤ ਸਾਰੇ ਸਿੰਘ, ਪ੍ਰਾਣਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਗਏ। ਅੰਮ੍ਰਿਤ ਵੇਲਾ ਹੋਇਆ, ਗੁਰੂ ਵੀ ਸਾਜ ਖੋਲੋ। ਨਾਲ ਸਿੰਘਾਂ ਨੇ ਸੋਚਿਆ ਵੀ ਪਤਾ ਨਹੀਂ ਕਿਸ ਚੀਜ਼ ਦੀ ਭੁੱਖ ਲੱਗੀ ਹੈ। जी की आवाज डिस्कनेक्ट हो गई है। चाहते हैं कितने लगता है इंटरनेट की जी इंटरप्शन है, सो तो वह करके कितने प्रॉब्लम आ रही है। तो वीर जी दोबारा साडे नाल जुड़ रहे हैं। जो भी जुड़ते हैं फिर आप गलबात जी कंटिन्यू करांगे। हाँ जी वीर जी, नहीं वीडियो स्टार्ट कर लो वीर जी। अनम्यूट मैं कर दिता है वीर जी, तुसीं अपने वालों एक बार ट्राई करो प्लीज़। हाँ जी वीर जी, ठीक है, आवाज ठीक आ रही है जी? हाँ जी ठीक है वीर जी, ठीक है जी। हाँ जी। ਉੱਥੇ ਸਰਸਾ ਦੇ ਕੰਢੇ ਦੇ ਉੱਪਰ ਜਿਹੜਾ ਕਦੀ ਗੁਰੂ ਦਰਬਾਰ ਦੇ ਵਿੱਚ ਰੌਣਕਾਂ ਲੱਗਦੀਆਂ ਸੀ ਸੰਗਤਾਂ ਦੀ ਹਾਜ਼ਰੀ ਦੇ ਵਿੱਚ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਸਾ ਦੀ ਵਾਰ ਗਾਇਨ ਕਰਦੇ ਸੀ। ਸਾਰੀ ਸੰਗਤ ਨਾਲ ਆਸਾ ਦੀ ਵਾਰ ਗਾਇਨ ਕਰਦੀ ਸੀ। ਅੱਜ ਉਹ ਸਮਾਂ ਆ ਗਿਆ ਕਿ ਜੋ ਕੁਝ ਵੀ ਹੋ ਜਾਵੇ, ਗੁਰੂ ਸਾਹਿਬ ਨੇ ਕਿਹਾ ਕਿ ਪੂਰਨੇ ਪਾ ਕੇ ਜਾਣੇ ਨੇ ਆਉਣ ਵਾਲੀ ਉਮਤ ਵਾਸਤੇ, ਆਉਣ ਵਾਲੇ ਸਿੱਖਾਂ ਵਾਸਤੇ, ਕਿ ਸਿੱਖਾਂ ਦੇ ਉੱਪਰ ਭੀੜ ਹੋਵੇ, ਖੁਸ਼ੀ ਹੋਵੇ, ਗਮੀ ਹੋਵੇ, ਜੋ ਵੀ ਕੁਝ ਹੋਵੇ, ਸਿੱਖ ਬਾਣੀ ਤੋਂ ਨਾ ਟੁੱਟੇ। ਸਿੱਖ ਹਰ ਸਮੇਂ ਬਾਣੀ ਨਾਲ ਜੁੜਿਆ ਰਹਿਣਾ ਚਾਹੀਦਾ, ਨਿਤਨੇਮ ਨਾਲ ਜੁੜਿਆ ਰਹਿਣਾ ਚਾਹੀਦਾ। ਇੱਕ ਪਾਸੇ ਜੰਗ ਚੱਲ ਰਹੀ ਹੈ ਤਾਂ ਸਰਸਾ ਦੇ ਕੰਢੇ ਤੇ ਬਹਿ ਕੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਦਇਆ ਸਿੰਘ, ਅੱਜ ਭਾਵੇਂ ਇੱਥੇ ਸਾਰੀ ਪਰਿਵਾਰ ਸ਼ਹੀਦ ਹੋ ਜਾਵੇ, ਭਾਵੇਂ ਮੈਂ ਵੀ ਸ਼ਹੀਦ ਹੋ ਜਾ, ਪਰ ਜੋ ਨਜ਼ਾਰਾ ਅੱਜ ਇੱਥੇ ਜੰਗ ਦੇ ਦੌਰਾਨ ਆਸਾ ਦੀ ਵਾਰ ਦਾ ਗਾਇਨ ਕਰਕੇ ਆਇਆ, ਉਹ ਮੇਰੇ ਖਿਆਲ ਮੇਰੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਅਨੰਦਪੁਰ ਸਾਹਿਬ ਹੀ ਨਹੀਂ ਆਇਆ ਹੋਣਾ। ਉੱਥੇ ਬਹਿ ਕੇ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਗਾਇਨ ਕੀਤਾ, ਨਿਤਨੇਮ ਕੀਤਾ। ਅੱਗੇ ਵੱਧ ਜਾਂਦੇ ਨੇ। ਆਸਾ ਦੀ ਵਾਰ ਸਰਸਾ ਦੇ ਨਦੀ ਦੇ ਵਿੱਚ ਐਸਾ ਹੜ੍ਹ ਆਇਆ ਜਿਹਦੇ ਵਿੱਚ 9 ਮਣ ਦਾ ਕੀਮਤੀ ਖਜ਼ਾਨਾ ਸਾਡਾ
ਜਿਹਦੇ ਵਿੱਚ ਬਹੁਤ ਸਾਰੇ ਦੁਰਲੱਭ ਖਰੜੇ, ਦੁਰਲੱਭ ਗ੍ਰੰਥ, ਬਹੁਤ ਸਾਰੀ ਐਸੀਆਂ ਲਿਖਤਾਂ ਜਿਹੜੀਆਂ ਸੇਧ ਮਿਲਣੀ ਸੀ, ਜਿਨ੍ਹਾਂ ਦੇ ਉੱਪਰੋਂ ਪੂਰੀ ਕੌਮ ਨੂੰ ਸਰਸਾ ਦੀ ਭੇਂਟ ਚੜ ਗਈਆਂ। ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ ਗੁਰੂ ਸਾਹਿਬ ਦਾ। ਗੁਰੂ ਸਾਹਿਬ ਦੇ ਮਹਿਲ ਇੱਕ ਹੋਰ ਦਿੱਲੀ ਵਾਲੇ ਰਸਤੇ ਨੂੰ ਤੁਰ ਪਏ। ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਨ ਵਾਸਤੇ ਸਰਹੰਦ ਵਾਲੇ ਪਾਸੇ ਨੂੰ ਤੁਰ ਪਈਆਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਨਾਲ 40 ਕੁ ਸਿੰਘ ਸ੍ਰੀ ਚਮਕੌਰ ਸਾਹਿਬ, ਚਮਕੌਰ ਦੀ ਕੱਚੀ ਗੜੀ ਵੱਲ ਨੂੰ ਚਲੇ ਗਏ। ਕੱਚੀ ਗੜੀ ਦੇ ਵਿੱਚ ਟਿਕਾਣਾ ਮੱਲਿਆ। ਉੱਥੇ ਜਾ ਕੇ ਮਗਰੋਂ ਮਲਖਈਆ ਚੜਿਆ ਆ ਰਿਹਾ ਸੀ ਟਿੱਡੀ ਦਲ। ਉੱਥੇ ਆ ਕੇ ਫਿਰ ਬੜਾ ਆਪਾਂ ਥੋੜਾ ਜਿਹਾ ਨੇੜੇ ਲਾਈਏ, ਸਮੇਂ ਦੇ ਹਿਸਾਬ ਨਾਲ ਸਮੇਂ ਨੂੰ ਸੰਕੋਚ ਕੇ ਰੱਖਣਾ ਹੈ। 10 ਲੱਖ ਦਾ ਦੁਨੀਆ ਦੀ ਉਹ ਅਸਾਮੀ ਜੰਗ ਜਿਹਦਾ ਇਤਿਹਾਸ ਦੇ ਵਿੱਚ ਕਿਧਰੇ ਵੀ ਕਿਤੇ ਜ਼ਿਕਰ ਨਹੀਂ ਮਿਲਦਾ। ਐਸੀ ਜੰਗ, ਇੱਕ ਪਾਸੇ 40 ਸਿੰਘ, ਉਹ ਵੀ ਭੁੱਖੇ ਤੇ ਪਿਆਸੇ, ਦਿਨ ਚੱਲੇ ਹੋਏ ਸਰਸਾ ਨਦੀ ਦੇ ਵਿੱਚੋਂ ਕਈ ਸਿੰਘ ਹੜ ਗਏ, ਕਈ ਸਿੰਘ ਬਚੇ। ਪਾਣੀ ਦੇ ਠੰਡ ਦੇ ਕਕਰੀਲੀ ਰਾਤ ਦੇ ਵਿੱਚ, ਉਹ ਰਾਤ ਉਹਨਾਂ ਨੇ ਚਮਕੌਰ ਸਾਹਿਬ, ਚਮਕੌਰ ਦੀ ਗੜੀ ਦੇ ਵਿੱਚ ਜਦੋਂ ਬਿਤਾਈ ਤਾਂ ਗੁਰੂ ਸਾਹਿਬ ਸਾਰੀ ਰਾਤ ਨਹੀਂ ਸੁੱਤੇ। ਉਹ ਦਰਵੇਸ਼ ਕਵੀ ਅੱਲਾ ਯਾਰ ਖਾਂ ਜੋਗੀ ਇਸ ਦ੍ਰਿਸ਼ ਨੂੰ ਕਲਮਬੰਦ ਕਰਦਾ ਹੈ। ਉਹਦੀਆਂ 2 ਬੜੀਆਂ ਨਿੱਕੀਆਂ ਨਿੱਕੀਆਂ ਕਿਤਾਬਾਂ ਨੇ, ਸ਼ਹੀਦਾਨੇ ਵਫਾ ਤੇ ਗੰਜੇ ਸ਼ਹੀਦਾਂ। ਮੇਰੀ ਬੇਨਤੀ ਹੈ, ਜਰੂਰ ਘਰਾਂ ਵਿੱਚ ਰੱਖਿਓ ਤੇ ਬੱਚਿਆਂ ਨੂੰ ਪੜ੍ਹਾਇਓ, ਆਪ ਜਰੂਰ ਪੜ੍ਹਿਓ, ਬੱਚਿਆਂ ਨੂੰ ਜਰੂਰ ਪੜ੍ਹਾਇਓ। ਕੋਈ ਪ੍ਰਚਾਰਕ, ਕੋਈ ਕਥਾਵਾਚਕ, ਕੋਈ ਬੁਲਾਰਾ ਜਿਹਨੇ ਸਾਕਾ ਸਰਹੰਦ ਜਾਂ ਸਾਕੇ ਚਮਕੌਰ ਦੀ ਗੱਲ ਕਰਨੀ ਹੈ ਨਾ, ਅੱਲਾ ਯਾਰ ਖਾਂ ਜੋਗੀ ਨੂੰ ਕੋਟ ਕੀਤੇ ਬਗੈਰ ਤੋਰ ਹੀ ਨਹੀਂ ਸਕਦਾ ਹੈਗਾ। ਬਹੁਤ ਸੋਹਣਾ ਉੱਥੇ ਭਾਵਪੁਰ ਤੋਂ ਕਲਮਬੰਦ ਕਰਦੇ ਨੇ ਕਾਵਿਕ ਸਤਰਾਂ ਦੇ ਰੂਪ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਰਾਤ ਨੂੰ ਸੱਚੇ ਪਾਤਸ਼ਾਹ ਆਪਣੇ ਸਿੰਘਾਂ ਦੇ ਕਦਮ ਚੁੰਮਦੇ ਨੇ, ਕਈਆਂ ਦੇ ਗਲੇ ਚੁੰਮਦੇ ਨੇ। ਸਾਫੇ ਜਿਨ੍ਹਾਂ ਦੇ ਸਿਰਾਂ ਦੇ ਉੱਪਰੋਂ ਕੇਸ ਖਿੰਡ ਚੁੱਕੇ ਨੇ, ਉਹ ਕੇਸ ਵਾਲ ਬੰਨ੍ਹਦੇ ਨੇ ਕੇਸਾਂ ਨੂੰ, ਉਹਨਾਂ ਦੇ ਸਾਫੇ ਸਹੀ ਕਰਦੇ ਨੇ, ਦਸਤਾਰਾਂ ਉਹਨਾਂ ਨੂੰ ਸਜਾਉਂਦੇ ਨੇ, ਉਹਨਾਂ ਨੂੰ ਵੇਖ ਵੇਖ ਕੇ ਨਿਹਾਰਦੇ ਨੇ ਕਿ ਇਹ ਮੇਰੇ ਜਾਨਾਂ ਤੋਂ ਪਿਆਰੇ ਸਿੰਘ ਨੇ। ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਇਹ ਨਹੀਂ ਸੀ ਕਿ ਗੁਰੂ ਸਾਹਿਬ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਸੀ ਕਰਦੇ, ਆਪਣੇ ਪੁੱਤਰਾਂ ਨੂੰ ਬਹੁਤ ਪਿਆਰ ਕਰਦੇ। ਵੇਖਦੇ ਨੇ, ਕੱਲ 4 ਸੀ, ਅੱਜ 2 ਨੇ, ਕੱਲ ਨੂੰ 2 ਵੀ ਨਹੀਂ ਰਹਿਣੇ, ਇਹ ਵੀ ਚਲੇ ਜਾਣੇ ਨੇ। ਜੰਗ ਦੇ ਵਿੱਚ ਸ਼ਹੀਦ ਹੋਣਾ ਇਹਨਾਂ ਨੇ। ਦਿਨ ਚੜ੍ਹਦਾ, ਜੰਗ ਦਾ ਬਿਗਲ ਵੱਜਦਾ। ਚਮਕੌਰ ਦੀ ਉਹ ਗੜੀ ਆਪਣੀ ਸੁਰਤ ਉੱਥੇ ਲੈ ਕੇ ਜਾਇਓ, ਬਿਲਕੁਲ ਪ੍ਰੈਜ਼ੈਂਸ ਆਫ ਮਾਈਂਡ ਉੱਥੇ ਦੇਖਿਓ ਵੀ ਕਿੱਦਾਂ ਦੇ ਇੱਕ ਪਾਸੇ 10 ਲੱਖ ਦਾ ਮਲਖਈਆ ਟਿੱਡੀ ਦਲ ਚੜਿਆ ਹੋਇਆ, ਦੂਜੇ ਪਾਸੇ 40 ਸਿੰਘ ਆਪਣੇ ਗੁਰੂ ਨੂੰ ਕਹਿ ਰਹੇ ਨੇ ਕਿ ਸੱਚੇ ਪਾਤਸ਼ਾਹ ਪਰਵਾਹ ਨਾ ਕਰਿਓ, ਅਸੀਂ ਹੈਗੇ ਆ, ਤੁਸੀਂ ਬਿਲਕੁਲ ਮਮਟੀ ਤੇ ਚੜ ਕੇ ਸਾਡਿਆਂ ਕੋਤਕ ਵੇਖਿਓ, ਸਾਨੂੰ ਤੁਸੀਂ ਸ਼ਹੀਦ ਹੁੰਦੇ ਵੇਖਿਓ, ਸਾਡੀਆਂ ਸੂਰਮਤਾਈਆਂ ਵੇਖਿਓ। ਜਾ ਰਹੇ ਨੇ 5-5 ਦੇ ਜਥੇ ਬਣਾ ਕੇ, ਸਿੰਘ ਸ਼ਹੀਦ ਹੁੰਦੇ ਨੇ। ਬਾਬਾ ਜੀਤ ਸਿੰਘ, ਇਤਿਹਾਸ ਦੱਸਦਾ ਕਿ ਸਭ ਤੋਂ ਵੱਧ ਫੱਟ ਖਾ ਕੇ ਬਾਬਾ ਜੀਤ ਸਿੰਘ ਸ਼ਹੀਦ ਹੁੰਦੇ ਨੇ। ਬਾਬਾ ਜੁਝਾਰ ਸਿੰਘ ਆਗਿਆ ਲੈਂਦੇ ਨੇ ਪਿਤਾ ਜੀ ਤੋਂ ਕਿ ਮੈਂ ਵੀ ਰਣ ਤੱਤੇ ਵਿੱਚ ਜਾਣਾ ਹੈ। ਗੁਰੂ ਸਾਹਿਬ ਆਗਿਆ ਦਿੰਦੇ ਨੇ। ਅੱਖੀਂ ਵੇਖਦੇ ਨੇ ਨਜ਼ਾਰਾ ਜਦੋਂ ਦੋਵੇਂ ਲਾਲ ਸ਼ਹੀਦ ਹੁੰਦੇ ਨੇ ਤੇ ਦੋਵਾਂ ਦੀ ਸ਼ਹੀਦੀ ਦੇ ਉੱਪਰ ਉਸ ਮਮਤੀ ਚਮਕੌਰ ਦੀ ਕੱਚੀ ਗੜੀ ਤੇ ਖਲੋ ਕੇ ਮਮਤੀ ਤੋਂ ਜਕਾਰੇ ਛੱਡਦੇ ਨੇ। ਕਿੱਥੋਂ ਮਿਲੇਗਾ ਐਵੇਂ ਦਾ ਪਿਓ? ਕਿੱਥੋਂ ਅਸੀਂ ਲੱਭਾਂਗੇ ਏਦਾਂ ਦਾ ਪਿਓ ਜਿਹੜੇ ਪੁੱਤਰ ਸ਼ਹੀਦ ਹੁੰਦੇ ਹੋਣ, ਉਹ ਪੁੱਤਰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ ਉਹਨੇ, ਤੇ ਮਮਤੀ ਦੇ ਖੜ ਕੇ ਜਕਾਰੇ ਛੱਡਦਾ ਹੋਵੇ। ਸਿਜਦਾ ਐਸੇ ਮਹਾਨ ਗੁਰੂ ਨੂੰ ਫਖਰ ਨਾਲ ਅਸੀਂ ਇੰਨਾ ਹੀ ਕਹਿ ਦਈਏ, ਮਾਣਨਾ ਕਿ ਅਸੀਂ ਐਸੇ ਗੁਰੂ ਦੇ ਸਿੰਘ ਹਾਂ ਜਿਸ ਗੁਰੂ ਨੇ ਸਾਡੇ ਵਾਸਤੇ ਪੂਰਨੇ ਪਾਏ, ਸਾਡੇ ਵਾਸਤੇ ਉਹਨਾਂ ਨੇ ਕੀ ਕੀ ਜਰਿਆ। ਕੇਵਲ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਉਧਰੋਂ ਗੁਰੂ ਸਾਹਿਬ ਦੋਨੋਂ ਪੁੱਤਰ ਸ਼ਹੀਦ ਕਰਕੇ ਆਪ ਉੱਥੋਂ ਰੁਖਸਤ ਹੁੰਦੇ ਨੇ, ਤਾੜੀ ਮਾਰ ਕੇ ਨਿਕਲਦੇ ਨੇ। ਕੌਮ ਦੀ ਕਲਗੀ ਬਾਬਾ ਸੰਗਤ ਸਿੰਘ ਦੇ ਸੀਸ ਦੇ ਉੱਪਰ ਸਜਾ ਕੇ, ਉਹ ਕੇਵਲ ਗੁਰੂ ਸਾਹਿਬ ਨੇ ਆਪਣਾ ਚਿਹਰਾ ਮੋਹਰਾ ਨਹੀਂ ਸੀ, ਕੇਵਲ ਕਲਗੀ ਨਹੀਂ ਸਜਾਈ, ਬਲਕਿ ਉਹਨਾਂ ਨੂੰ
ਇੱਕ ਆਪਣੇ ਵੱਲੋਂ ਪੂਰੀ ਅਥਾਰਟੀ ਆਪਣੀ ਕਲਗੀ ਕਿਸੇ ਨੂੰ ਦੇਣਾ, ਇੱਕ ਪੂਰੀ ਫੁੱਲ ਫਲੈਜਡ ਅਥਾਰਟੀ ਦੇਣਾ ਕਿ ਅੱਜ ਤੋਂ ਬਾਅਦ ਪੰਥ ਵੀ ਮੈਂ ਖਾਲਸਾ ਜੀ ਤੁਹਾਡੇ ਹਵਾਲੇ ਕਰ ਚੁੱਕਿਆ, ਇਹ ਰਾਜ ਭਾਗ, ਇਹ ਦੀਨ ਦੁਨੀਆ ਦਾ ਤਾਜ, ਇਹ ਸਾਰਾ ਕੁਝ ਮੈਂ ਤੁਹਾਡੇ ਹਵਾਲੇ ਕਰ ਚੁੱਕਿਆ। ਉਸ ਕਲਗੀ ਸਜਾਉਣ ਦਾ ਇੱਕ ਮਕਸਦ ਸੀ, ਇੱਕ ਬੜਾ ਇੱਕ ਛਿਪਿਆ ਹੋਇਆ ਇੱਕ ਉਹਦੇ ਵਿੱਚ ਰਾਜ ਸੀ, ਜੋ ਸੰਗਤ ਬਾਬਾ ਸੰਗਤ ਸਿੰਘ ਦੇ ਸੀਸ ਤੇ ਕਲਗੀ ਸਜਾਈ। ਗੁਰੂ ਸਾਹਿਬ ਉੱਥੋਂ ਨਿਕਲਦੇ ਨੇ, ਹੌਲੀ ਹੌਲੀ ਉੱਥੋਂ ਮਾਛੀਵਾੜਾ ਪਹੁੰਚਦੇ ਨੇ। ਮਾਛੀਵਾੜੇ ਤੋਂ ਅੱਗੇ ਰਾਏ ਕੱਲੇ ਦੀ ਧਰਤੀ ਤੇ ਸਮਾਂ ਸੀਮਤ ਹੈ ਤੇ ਆਪਾਂ ਸਰਹੰਦ ਵਾਲੇ ਪਾਸੇ ਨੂੰ ਵਧਣਾ ਹੈ। ਉਧਰੋਂ ਸ਼ਹਾਦਤ ਦੇ ਸਫ਼ਰ ਦਾ ਉਹ ਪਾਂਧੀ ਜਿਨ੍ਹਾਂ ਨੇ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇ ਕਰਨੇ ਨੇ। ਦੁਨੀਆ ਦੇ ਵਿੱਚ ਐਸੀ ਮਿਸਾਲ ਕਿਧਰੇ ਨਹੀਂ ਮਿਲਦੀ ਕਿ ਨਿੱਕੀਆਂ ਨਿੱਕੀਆਂ ਜਿੰਦਾਂ ਐਸੇ ਮਹਾਨ ਸਾਕੇ ਕਰ ਜਾਣ। ਉਹਨਾਂ ਨੇ ਧੰਨ ਮਾਤਾ ਗੁਜਰੀ 82 ਵਰਿਆਂ ਦੀ ਬਜ਼ੁਰਗ ਦਾਦੀ ਮਾਂ ਤੇ ਬਹੁਤ ਕੋਮਲ ਜਿੰਦਾਂ ਕੁਰਬਾਨੀ ਪੱਖੋਂ, ਜਿਨ੍ਹਾਂ ਦੇ ਹੌਸਲੇ ਪੱਖੋਂ, ਜਿਨ੍ਹਾਂ ਦੀ ਆਪਾਂ ਬਾਬੇ ਕਹਿੰਦੇ ਆ ਉਹਨਾਂ ਨੂੰ, ਕਿ ਜੋ ਰੂਹ ਸੀ ਉਹ ਬਾਬਿਆਂ ਵਾਲੀ ਸੀ, ਕਾਰਨਾਮੇ ਬਾਬਿਆਂ ਵਾਲੇ ਸੀ, ਕੇਵਲ ਸਰੀਰਕ ਆਰਬਲਾ ਛੋਟੀ ਸੀ ਉਹਨਾਂ ਦੀ। ਸਰਸਾ ਤੋਂ ਵਿਛੜ ਕੇ ਇੱਕ ਪਿੰਡ ਹੁੰਦਾ ਹੈ ਬਿਲਕੁਲ ਸਰਸਾ ਤੇ ਸਤਲੁਜ ਦਾ, ਜਿੱਥੇ ਪੱਤਣ ਹੈ, ਜਿੱਥੇ ਉਹਦੇ ਵਿਚਾਲੇ ਬਿਲਕੁਲ ਕਿਨਾਰੇ ਦੇ ਪਿੰਡ ਹੈ, ਪਿੰਡ ਚੱਕ ਢੇਰਾਂ। ਚੱਕ ਢੇਰਾਂ ਦੇ ਕੋਲ ਪੁੱਜਦੇ ਨੇ। ਉੱਥੇ ਇੱਕ ਗਰੀਬ ਮਲਾਹ ਜਿਹਦਾ ਇਤਿਹਾਸ ਵਿੱਚ ਨਾਂ ਆਇਆ ਕਰੀਮ ਬਖਸ਼, ਉਹਨੂੰ ਸਤਿਕਾਰ ਨਾਲ ਪਿਆਰ ਨਾਲ ਕੁੰਮਾ ਮਾਸ਼ਕੀ ਵੀ ਕਹਿੰਦੇ ਨੇ। ਉਸ ਮਹਾਨ ਰੂਹ ਨੂੰ ਸਿਜਦਾ ਸਾਡਾ ਉਸ ਕੁੰਮੇ ਮਾਸ਼ਕੀ ਦੀ ਝੁੱਗੀ ਦੇ ਵਿੱਚ। ਇਹ ਦੁਨੀਆ ਦੇ ਵਿੱਚ ਉਹ ਐਸਾ ਇਤਿਹਾਸ ਰਚਣ ਜਾ ਰਹੀਆਂ ਤਿੰਨ ਜਿੰਦਾਂ, ਮਾਤਾ ਗੁਜਰੀ ਤੇ ਸਾਹਿਬਜ਼ਾਦੇ ਉੱਥੇ ਪੁੱਜਦੇ ਨੇ, ਰਾਤ ਉੱਥੇ ਵਿਸ਼ਰਾਮ ਕਰਦੇ ਨੇ। ਤੇ ਉੱਥੇ ਬਿਲਕੁਲ ਚੱਕ ਢੇਰਾਂ ਪਿੰਡ ਤੋਂ ਇੱਕ ਲక్ష్ਮੀ ਨਾਂ ਦੀ ਇੱਕ ਔਰਤ, ਉਹ ਲੰਗਰ ਲੈ ਕੇ ਆਉਂਦੀ ਹੈ ਸਾਹਿਬਜ਼ਾਦਿਆਂ ਵਾਸਤੇ। ਲੰਗਰ ਛਕਦੇ ਨੇ ਥੋੜਾ ਥੋੜਾ। ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਗੰਗੂ ਮਿਲ ਜਾਂਦਾ ਹੈ। ਗੰਗੂ, ਕੁਝ ਇਤਿਹਾਸਕ ਸਰੋਤ ਕਹਿੰਦੇ ਨੇ ਗੁਰੂ ਘਰ ਦਾ ਰਸੋਈਆ ਸੀ, ਕੁਝ ਕਹਿੰਦੇ ਨੇ ਕਿ ਗੁਰੂ ਘਰ ਦਾ ਉਹ ਨੌਕਰ ਸੀ। ਖੈਰ ਜਿੱਦਾਂ ਵੀ ਹੈਗਾ, ਪਰ ਉਹ ਗੁਰੂ ਘਰ ਦੇ ਵਿੱਚ ਗੁਰੂ ਦੇ ਸਾਰੇ ਪਰਿਵਾਰ ਨੂੰ, ਗੁਰੂ ਸਾਹਿਬ ਦੇ ਸਾਰੇ ਸਿੰਘਾਂ ਨੂੰ ਜਾਣਦਾ ਸੀ। ਉਹ ਮਾਤਾ ਗੁਜਰੀ ਜੀ ਉੱਤੇ ਵਿਸ਼ਵਾਸ ਕਰਦੇ ਨੇ। ਉਹਨਾਂ ਨੂੰ ਪਤਾ ਵੀ ਸਾਡਾ ਜਾਣ ਪਛਾਣ ਸੀ ਪਹਿਲਾਂ ਦੀ। ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਆਪਣੇ ਪਿੰਡ, ਜੋ ਕਿ ਮਰਿੰਡੇ ਦੇ ਕੋਲ ਪਿੰਡ ਹੈ ਸਹੇੜੀ, ਜਿਹਨੂੰ ਖੇੜੀ ਵੀ ਕਹਿੰਦੇ ਨੇ, ਸਹੇੜੀ ਵੀ ਕਹਿੰਦੇ ਨੇ, ਉੱਥੇ ਲੈ ਆਉਂਦਾ ਹੈ। ਇਹ 8 ਪੋਹ ਦੀ ਰਾਤ ਸਾਹਿਬਜ਼ਾਦੇ ਤੇ ਧੰਨ ਮਾਤਾ ਗੁਜਰ ਕੌਰ ਜੀ ਗੰਗੂ ਦੇ ਪਿੰਡ ਸਹੇੜੀ ਉਹਦੇ ਘਰ ਵਿੱਚ ਵਿਸ਼ਰਾਮ ਕਰਦੇ ਨੇ। ਵਿਸ਼ਰਾਮ ਕਰਦੇ ਨੇ। ਗੰਗੂ ਦਾ ਮਨ ਨੀਅਤ ਬਦਨੀਤ ਹੋ ਜਾਂਦੀ ਹੈ। ਉਹ ਸਵੇਰੇ ਉੱਠ ਕੇ ਲਾਲਚ ਵਸ ਰੋਲਾ ਪਾ ਦਿੰਦਾ ਕਿ ਮੈਂ ਕੁਝ ਤੇ ਮੋਹਰਾਂ ਇਹਨਾਂ ਕੋਲੋਂ ਆਪ ਪਹਿਲਾਂ ਚੋਰੀ ਕਰ ਲੈਂਦਾ, ਫਿਰ ਉਹ ਚਾਹੁੰਦਾ ਕਿ ਮੈਂ ਸਰਕਾਰੀ ਦਰਬਾਰੇ ਨੂੰ ਪਾ ਕੇ ਜੋ ਵੱਡਾ ਇਨਾਮ ਹੈ ਉਹ ਮੈਂ ਪ੍ਰਾਪਤ ਕਰਾਂ। ਜਾ ਕੇ ਮਰਿੰਡੇ ਦੇ ਕੋਤਵਾਲ ਕੋਲ ਜਾਨੀ ਖਾਂ ਤੇ ਮਾਨੀ ਖਾਂ ਨੂੰ ਜਾ ਕੇ ਉੱਥੇ ਕੋਤਵਾਲਿਆਂ ਦੇ ਵਿੱਚ ਜਾ ਕੇ ਸੁਨੇਹਾ ਦੇ ਦਿੰਦਾ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਬੁੱਢੜੀ ਦਾਦੀ ਮਾਤਾ ਤੇ ਉਹਨਾਂ ਦੇ 2 ਨਿੱਕੇ ਪੁੱਤਰ ਸਾਹਿਬਜ਼ਾਦੇ ਮੇਰੇ ਘਰ ਪਨਾਹ ਲੈ ਰਹੇ ਨੇ। ਕੋਤਵਾਲੀ ਤੋਂ ਸਿਪਾਹੀ ਆਉਂਦੇ ਨੇ, ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਫੜ ਕੇ ਲੈ ਆਉਂਦੇ ਨੇ। ਆਉਂਦੇ ਹੋਏ ਰਸਤੇ ਦੇ ਵਿੱਚ ਮਰਿੰਡੇ ਦੇ ਵਿੱਚ ਆ ਕੇ ਕੈਦ ਕਰ ਦਿੰਦੇ ਨੇ। 9 ਪੋਹ ਦੀ ਜੋ ਤੀਜੀ ਰਾਤ ਹੈ, ਮਰਿੰਡੇ ਦੀ ਉਹ ਕਾਲ ਕੋਠੜੀ, ਉਹ ਗੁਰਦੁਆਰਾ ਸਾਹਿਬ ਅੱਜ ਉੱਥੇ ਬਣਿਆ ਹੋਇਆ ਹੈ। ਅੱਜ ਵੀ ਉਹ ਕਾਲ ਕੋਠੜੀ ਉਸੇ ਰੂਪ ਦੇ ਵਿੱਚ ਉੱਥੇ ਸਾਖਸ਼ਾਤ ਦਰਸ਼ਨ ਹੁੰਦੇ ਨੇ ਉਹਦੇ, ਗੁਰਦੁਆਰਾ ਕੋਤਵਾਲੀ ਸਾਹਿਬ। ਉੱਥੇ ਆ ਕੇ ਰਾਤ ਨੂੰ ਸਾਹਿਬਜ਼ਾਦੇ ਨੇ, ਦੁਨੀਆ ਦੇ ਅਨੋਖੇ ਕੈਦੀ ਉੱਥੇ ਆ ਕੇ ਕੈਦ ਕਰ ਦਿੱਤੇ ਜਾਂਦੇ ਨੇ। ਸੋ ਸਾਰੀ ਰਾਤ ਮਾਤਾ ਗੁਜਰੀ ਜੀ
ਭਾਵੇਂ ਉਹ ਗੰਗੂ ਦਾ ਘਰ ਸੀ, ਭਾਵੇਂ ਉਹ ਚੱਕ ਢੇਰਾਂ ਕੁੰਮੇ ਮਾਸ਼ਕੀ ਦੀ ਝੁੱਗੀ ਸੀ, ਭਾਵੇਂ ਅੱਜ ਕੋਤਵਾਲੀ ਦੇ ਵਿੱਚ ਰਾਤ ਹੈ। ਗੁਰਬਾਣੀ ਇਤਿਹਾਸ, ਗੁਰਬਾਣੀ ਦੀਆਂ ਸਾਖੀਆਂ, ਪਿਓ ਦਾਦੇ ਦੀਆਂ ਗੱਲਾਂ, ਉਹਨਾਂ ਦੀਆਂ ਬਾਤਾਂ ਸੁਣਾ ਸੁਣਾ ਕੇ ਮਜ਼ਬੂਤ ਕਰਦੇ ਨੇ। ਅੱਜ ਅਸੀਂ ਘਰਾਂ ਦੇ ਵਿੱਚ ਬਜ਼ੁਰਗ ਦਾਦੀ ਮਾਵਾਂ ਨੇ, ਸਾਡੇ ਘਰ ਮਾਤਾਵਾਂ ਨੇ, ਇਹ ਵਿਰਸਾ ਅਸੀਂ ਘਰਾਂ ਦੇ ਵਿੱਚੋਂ ਤਿਲਾਂਜਲੀ ਦੇ ਚੁੱਕੇ ਹਾਂ। ਅਕਸਰ ਅਸੀਂ ਪਹਿਲਾਂ ਸੀ ਕਿ ਮਾਵਾਂ ਆਪਣੇ ਬੱਚਿਆਂ ਦੇ ਇਸ ਸੰਬੰਧੀਆਂ ਸੀ ਮੀਡੀਆਂ ਕਰਦੀਆਂ ਸੀ ਤੇ ਉਹਨਾਂ ਨੂੰ ਨਾਲ ਕੋਈ ਜਪਜੀ ਦੀ ਪਾਠ ਜਾਂ ਕੋਈ ਧਾਰਮਿਕ ਸਾਖੀ ਸੁਣਾਉਣੀਆਂ ਤੇ ਬੱਚਾ ਧਰਮ ਦੇ ਵਿੱਚ, ਕੌਮ ਦੇ ਵਿੱਚ ਪਰਪੱਕ ਹੋ ਜਾਂਦਾ ਸੀ। ਹੁਣ ਅਸੀਂ ਉਹ ਸਾਖੀ ਦਾ ਕਲਚਰ ਜੋ ਸੀ ਸੁਣਾਉਣ ਦਾ, ਉਹ ਅਸੀਂ ਛੱਡ ਚੁੱਕੇ ਹਾਂ। ਸਾਡੇ ਬੱਚੇ ਕਿੱਧਰ ਨੂੰ ਜਾ ਰਹੇ ਨੇ ਤੇ ਸਾਡੇ ਸਾਰਿਆਂ ਸਾਹਮਣੇ ਹੀ ਹਾਲਾਤ। ਉੱਥੋਂ ਰਾਤ ਕੱਟ ਕੇ ਸਵੇਰੇ ਦਿਨ ਚੜ੍ਹਦਾ, ਸਿਪਾਹੀ ਉਹਨਾਂ ਨੂੰ ਲੈ ਕੇ ਆਉਂਦੇ ਨੇ ਸਰਹੰਦ। ਉੱਥੋਂ ਰਸਤੇ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਦੇ ਉੱਪਰ ਕਸ਼ਟ ਹੁੰਦੇ ਨੇ, ਉਹਨਾਂ ਦਾ ਬੜਾ ਜ਼ਿਕਰ, ਉਹਨਾਂ ਦਾ ਵਰਣਨ ਗੁਰੂ ਸਾਹਿਬ ਦਾ ਸਮਕਾਲੀ ਲਿਖਾਰੀ ਹੋਇਆ ਦੂਨਾ ਸਿੰਘ ਹੰਡੂਰੀਆ, ਉਹਦੀ ਇੱਕ ਕਿਤਾਬ ਹੈ ਕਥਾ ਗੁਰੂ ਜੀ ਕੇ ਸੁਤਨ ਕੀ। ਉਹਦੇ ਵਿੱਚ ਬਹੁਤ ਕੁਝ ਲਿਖਿਆ ਹੈ ਕਿ ਮਾਤਾ ਗੁਜਰੀ ਜੀ ਦੇ ਸੀਸ ਦੇ ਉੱਪਰ ਇੱਕ ਮਿਰਚਾਂ ਦਾ ਤੋੜਾ ਪਾਇਆ ਜਾਂਦਾ ਹੈ। ਸਾਹਿਬਜ਼ਾਦਿਆਂ ਨੂੰ ਦੋ ਖੁਰਜੀਆਂ ਦੇ ਵਿੱਚ ਬਿਠਾਇਆ ਜਾਂਦਾ ਹੈ। ਉਹਨਾਂ ਨੂੰ ਲੈ ਕੇ ਸਰਹੰਦ ਲੈ ਕੇ ਆਉਂਦੇ ਨੇ। ਰਸਤੇ ਦੇ ਵਿੱਚ ਕਿਤੇ ਉਹਨਾਂ ਨੂੰ ਰੋਟੀ ਪ੍ਰਸ਼ਾਦਾ ਜਲ ਪਾਣੀ ਨਹੀਂ ਦਿੱਤਾ। ਰਸਤੇ ਦੇ ਵਿੱਚ ਉਹਨਾਂ ਨੂੰ ਤਸੀਹੇ ਦਿੰਦੇ ਆਏ। ਆ ਕੇ ਜਦੋਂ ਸਰਹੰਦ ਦੇ ਸੂਬਾ ਵਜੀਦ ਖਾਨ ਨੂੰ ਖਬਰ ਮਿਲਦੀ ਏ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬੁੱਢੜੀ ਮਾਂ ਤੇ ਨਿੱਕੇ ਸਾਹਿਬਜ਼ਾਦੇ ਫੜ ਕੇ ਆਏ ਨੇ, ਕਿਉਂਕਿ ਜੰਗ ਦੇ ਵਿੱਚੋਂ ਹਾਰ ਕੇ ਆਇਆ ਸੀ ਚਮਕੌਰ ਦੀ ਗੜੀ ਦੇ ਵਿੱਚੋਂ, ਤੇ ਬੜਾ ਕਲਪਿਆ ਪਿਆ ਸੀ, ਬੜਾ ਖੁਸ਼ ਹੋ ਜਾਂਦਾ ਹੈ ਕਿ ਹੁਣ ਗੁਰੂ ਗੋਬਿੰਦ ਸਿੰਘ ਆ ਕੇ ਮੇਰੇ ਕੋਲ ਆ ਕੇ ਗੋਡੇ ਟੇਕੇਗਾ। ਉਹਦੇ ਮਨ ਦਾ ਵਹਿਮ ਸੀ ਕਿ ਉਹਨੂੰ ਪਤਾ ਨਹੀਂ ਸੀ ਹੈਗਾ ਤੂੰ ਗੱਲ ਕਿਹਦੀ ਕਰ ਰਿਹਾ। ਸੋ ਉਸ ਤੋਂ ਬਾਅਦ ਉਹਨਾਂ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਦੇ ਉਹ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿੱਤਾ ਜਾਂਦਾ ਹੈ, ਜਿਹਦੀ ਇਤਿਹਾਸ ਦੇ ਵਿੱਚ ਉਚਾਈ 140 ਫੁੱਟ ਮਿਲਦੀ ਹੈ। 140 ਫੁੱਟ ਉੱਚਾ ਬੁਰਜ, ਉਹਦੇ ਬਿਲਕੁਲ ਨਾਲ ਇੱਕ ਹੰਸਲਾ ਨਦੀ ਵਗਦੀ ਸੀ। ਹੰਸਲਾ ਨਦੀ, ਤੇ ਉਹ ਇੰਨੀ ਠੰਡੀ ਸੀ, ਉਹਦਾ ਪਾਣੀ ਗਰਮੀਆਂ ਦੇ ਵਿੱਚ ਵੀ ਉਹ ਪਾਣੀ ਦੇ ਵਿੱਚੋਂ ਜਦੋਂ ਹਵਾ ਲੰਘ ਕੇ ਨਿਕਲਦੀ ਸੀ ਤਾਂ ਉਹ ਦੂਰ ਤੱਕ ਠੰਡਕ ਪੈਦਾ ਕਰਦੀ ਸੀ। ਗਰਮੀਆਂ ਦੇ ਵਿੱਚ ਵੀ ਉਹ ਠੰਡੇ ਬੁਰਜਾਰ ਚ ਫਿਰ ਖੁੱਲਾ ਸੀ, ਪਾਣੀ ਕਰਕੇ ਉੱਥੋਂ ਹਵਾ ਦੀਆਂ ਠੰਡੀਆਂ ਬਛਾਰਾਂ ਆਉਂਦੀਆਂ ਸੀ, ਠੰਡੀ ਹਵਾ ਵਗਦੀ ਸੀ। ਤੇ ਤੁਸੀਂ ਜ਼ਿਹਨ ਦੇ ਵਿੱਚ ਆਪਣਾ ਸੋਚ ਕੇ ਵੇਖਿਓ, ਦਸੰਬਰ ਦਾ ਮਹੀਨਾ, ਪੋਹ ਦਾ ਮਹੀਨਾ, ਕਕਰੀਲੀ ਰਾਤ, ਬਿਨਾਂ ਕਿਸੇ ਮੋਟੇ ਕੱਪੜੇ ਤੋਂ, ਬਿਨਾਂ ਕਿਸੇ ਕੋਈ ਚਾਦਰ ਜਾਂ ਕੋਈ ਰਜਾਈ ਤਲਾਈ ਤੋਂ, ਠੰਡਾ ਫਰਸ਼, ਉੱਪਰੋਂ ਵੀ ਠੰਡ ਪੈ ਰਹੀ ਹੈ, ਧੁੰਦਾਂ ਪੈ ਰਹੀਆਂ, ਠੱਕਾ ਵਗ ਰਿਹਾ, ਮੀਂਹ ਹਨੇਰੀ ਰਾਤਾਂ ਨੇ। ਕਿਸ ਤਰੀਕੇ ਨਾਲ ਮਾਤ ਗੁਜਰੀ ਜੀ ਨੇ ਆਪਣੇ ਬੱਚਿਆਂ ਨੂੰ, ਆਪਣੇ ਪੋਤਰਿਆਂ ਨੂੰ, ਸਾਡੇ ਬਾਬਿਆਂ ਨੂੰ, ਕਿੱਦਾਂ ਉਹਨਾਂ ਨੇ ਆਪਣੇ ਹਿੱਕ ਦੇ ਨਾਲ ਲਾ ਕੇ ਉਹਨਾਂ ਨੂੰ ਨਿੱਘ ਦਿੱਤਾ ਹੋਏਗਾ, ਕਿੱਦਾਂ ਉਹਨਾਂ ਨੂੰ ਗੁਰੂ ਦੀਆਂ ਸਾਖੀਆਂ ਸੁਣਾ ਕੇ ਪਰਪੱਕ ਕੀਤਾ ਹੋਏਗਾ। ਉਸ ਤੋਂ ਬਾਅਦ ਪੇਸ਼ੀ ਪੈਂਦੀ ਹੈ। ਪੇਸ਼ੀ ਪੈਂਦੀ ਹੈ ਤਾਂ ਉਹਨਾਂ ਨੂੰ ਬਾਰ-ਬਾਰ ਆਖਿਆ ਜਾਂਦਾ ਹੈ ਕਿ ਤੁਸੀਂ ਧਰਮ ਤਬਦੀਲ ਕਰ ਲਓ, ਧਰਮ ਛੱਡ ਦਿਓ। ਤਾਂ ਸਾਹਿਬਜ਼ਾਦੇ ਬੁਲੰਦ ਆਵਾਜ਼ ਦੇ ਵਿੱਚ ਸਾਫ਼ ਆਖਦੇ ਨੇ ਕਿ ਸੂਬਿਆ ਏਦਾਂ ਦੀ ਗੱਲ ਕਰਨ ਦੀ ਤਾਂ ਤੂੰ ਭੁੱਲ ਹੀ ਨਾ ਕਰ। ਮੈਂ ਗੱਲ ਨੂੰ ਨੇੜੇ ਲਾਵਾਂ। ਹਾਰ ਕੇ ਜਦੋਂ 3 ਦਿਨ ਪੇਸ਼ੀਆਂ ਪੈਂਦੀਆਂ, ਤੀਜੇ ਦਿਨ ਕਾਜ਼ੀ ਫਤਵਾ ਸੁਣਾਉਂਦਾ। ਫਤਵਾ ਕੀ ਹੈ? ਜਿਵੇਂ ਅਦਾਲਤ ਦੇ ਵਿੱਚ ਜੱਜ ਨੇ ਕੋਈ ਸਜ਼ਾ ਲਾਣੀ ਹੁੰਦੀ ਹੈ ਤਾਂ ਕਹਿੰਦੇ ਧਰਮ ਦੀ ਤੋਹੀਨ ਕਰਨ ਦੇ ਬਦਲੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਵੇ। 2 ਦਿਨ ਮਾਤਾ ਗੁਜਰੀ ਜੀ ਕੋਲ ਸਾਹਿਬਜ਼ਾਦੇ ਆਉਂਦੇ ਨੇ। ਮਾਤਾ ਗੁਜਰੀ ਜੀ ਉਹਨਾਂ ਨੂੰ ਤਿਆਰ ਕਰਕੇ ਤੋਰਦੇ ਨੇ। ਅੱਲਾ ਯਾਰ ਖਾਂ ਜੋਗੀ ਬਹੁਤ ਕਮਾਲ ਦਾ ਵਰਣਨ ਕਰਦਾ ਹੈ। जाने से पहले तुम्हें गले लगा तो लूं, केसों को कंघी करूं, जरा मुंह धुला तो लूं, नन्हे से सरों पर कलगी सजा तो लूं, आओ बेटा तुम्हें जाने से पहले गले लगा तो लूं। माता गुजरी जी ਨੂੰ ਪਤਾ ਸੀ ਕਿ 2 ਦਿਨ ਗਏ ਨੇ, 2ਵੇਂ ਦਿਨ ਵਾਪਸ ਆਏ ਨੇ।
ਅੱਜ ਜਾਣਾ ਹੈ, ਅੱਜ ਇਹਨਾਂ ਨੇ ਵਾਪਸ ਨਹੀਂ ਆਉਣਾ। ਮਾਤਾ ਗੁਜਰੀ ਜੀ ਤੋਰਨ ਲੱਗਿਆ ਘੁੱਟ ਕੇ ਪਿਆਰ ਕਰਦੇ ਨੇ ਕਿ ਬੇਟਾ ਦਾਦੇ ਦੀ ਚਿੱਟੀ ਚਾਦਰ ਨੂੰ ਦਾਗ ਨਹੀਂ ਲਾਣਾ, ਆਪਣੇ ਪਿਓ ਦਾ ਸਨਮਾਨ, ਆਪਣੀ ਕੌਮ ਦੀ ਇੱਜ਼ਤ ਬਰਕਰਾਰ ਰੱਖਣੀ ਹੈ। ਜਾਣ ਲੱਗਿਆ ਸਾਹਿਬਜ਼ਾਦੇ ਮੁੜ ਕੇ ਵੇਖਦੇ ਨੇ, ਅੰਮੀਏ ਸਾਡੇ ਵੱਲੋਂ ਤੈਨੂੰ ਕਦੇ ਵੀ ਕੋਈ ਸ਼ਿਕਾਇਤ ਨਹੀਂ ਆਵੇਗੀ, ਤੁਹਾਡਾ ਹੀ ਨਹੀਂ ਦਾਦੀ ਮਾਂ, ਤੇਰਾ ਹੀ ਨਹੀਂ, ਅਸੀਂ ਦਾਦਾ ਜੀ ਦਾ, ਪਿਤਾ ਜੀ ਦਾ, ਵੱਡਿਆਂ ਸਤਿਗੁਰਾਂ ਦਾ ਸੀਸ ਮਾਣ ਨਾਲ, ਫਖਰ ਨਾਲ ਉੱਚਾ ਕਰਕੇ ਜਿਉਵਾਂਗੇ। ਦੁਨੀਆ ਯਾਦ ਰੱਖੇਗੀ ਕਿ ਸਾਹਿਬਜ਼ਾਦੇ ਐਸੇ ਕੌਤਕ ਕਰਕੇ ਗਏ ਨੇ, ਡੋਲਾਂਗੇ ਨਹੀਂ। ਸਾਡੇ ਬਾਰੇ ਤੁਸੀਂ ਪਤਾ ਕਰਿਓ। ਦੋਵੇਂ ਇੰਨੇ ਦਿਨ ਮੈਂ ਸਜਦਾ ਕਰਾਂ ਉਸ ਮਹਾਨ ਰੂਹ ਨੂੰ, ਭਾਈ ਮੋਤੀ ਰਾਮ ਜੀ ਮਹਿਰਾ, ਜਿਹੜੇ ਆ ਕੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਉਂਦੇ ਨੇ। ਇਸ ਦੁੱਧ ਛਕਾਉਣ ਦੀ ਸਜ਼ਾ ਉਸਨੂੰ ਆਪਣਾ ਸਾਰਾ ਪਰਿਵਾਰ ਕੋਹਲੂ ਦੇ ਵਿੱਚ ਪੀੜ ਕੇ ਪੜਵਾ ਕੇ ਸ਼ਹੀਦ ਹੋਣਾ ਪਿਆ। ਬਾਬਾ ਮੋਤੀ ਰਾਮ ਮਹਿਰਾ ਮਨਸੂਰੀ ਟਿੱਬਾ ਮੁਹੱਲਾ ਹੈ ਸਰਹੰਦ ਦੇ ਵਿੱਚ, ਉੱਥੇ ਨਿਵਾਸ ਕਰਦੇ ਸੀ। ਸਾਰਾ ਪਰਿਵਾਰ ਉਹਨਾਂ ਦਾ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਹੋਇਆ, ਕੇਵਲ ਦੁੱਧ ਪਿਆਉਣ ਦੀ ਸਜ਼ਾ ਮਿਲੀ। ਜਾਂਦੇ ਨੇ ਉੱਥੇ, ਦੀਵਾਰ ਚਿਣਨੀ ਸ਼ੁਰੂ ਹੋ ਜਾਂਦੀ ਹੈ। ਜਦੋਂ ਦੀਵਾਰ ਉੱਪਰ ਜਾਂਦੀ ਹੈ ਤਾਂ ਬਾਬਾ ਜ਼ੋਰਾਵਰ ਸਿੰਘ ਬੜੇ ਗੌਰ ਨਾਲ ਅੱਖਾਂ ਦੇ ਵਿੱਚ ਨੀਰ ਆ ਜਾਂਦਾ, ਤਾਂ ਪੁੱਛਦੇ ਨੇ ਫਤਿਹ ਸਿੰਘ ਨੂੰ, ਸਾਹਿਬਜ਼ਾਦਾ ਫਤਿਹ ਸਿੰਘ ਨੂੰ, ਕਹਿੰਦੇ ਮੈਂ ਇਸ ਗੱਲ ਕਰਕੇ ਮੈਨੂੰ ਖੁਸ਼ੀ ਹੈ ਕਿ ਮੈਂ ਦੋਵੇਂ ਭਰਾ ਧਰਮ ਤੋਂ ਹੱਸਦੇ ਹੋਏ ਸ਼ਹੀਦ ਹੋ ਰਹੇ ਹਾਂ, ਪਰ ਮੈਂ ਇਹ ਮਹਿਸੂਸ ਕਰ ਰਿਹਾ ਮੈਂ ਆਇਆ ਤੇਰੇ ਤੋਂ ਜ਼ਿੰਦਗੀ ਦੁਨੀਆ ਦੇ ਵਿੱਚ ਪਹਿਲਾਂ, ਪਰ ਜਾ ਤੂੰ ਮੇਰੇ ਸਾਹਮਣੇ ਪਹਿਲਾਂ ਰਿਹਾ, ਕਿਉਂਕਿ ਦੀਵਾਰ ਤੇਰੇ ਤੋਂ ਤੱਕ ਪਹਿਲਾਂ ਆ ਜਾਣੀ ਹੈ, ਮੇਰੇ ਤੱਕ ਬਾਅਦ ਚ ਉਪੜਨੀ ਹੈ। ਹੌਲੀ ਹੌਲੀ ਕੌਮ ਦੇ ਅਨਮੋਲ ਫੁੱਲ, ਉਹ ਨਿੱਕੀਆਂ ਜਿੰਦਾਂ, ਅਨਮੋਲ ਜਿੰਦਾਂ ਦੀਵਾਰਾਂ ਦੇ ਵਿੱਚ ਚਿਣਵਾ ਦਿੱਤੀਆਂ ਜਾਂਦੀਆਂ। ਇਹ ਜ਼ਿੰਮੇਵਾਰੀ ਸਾਸ਼ਲ ਬੇਗ ਤੇ ਵਾਸ਼ਲ ਬੇਗ ਦੋ ਸੀ, ਜੋ ਕਿ ਸਮਾਣੇ ਦੇ ਰਹਿਣ ਵਾਲੇ ਸੀ। ਉਹ ਇਹ ਜ਼ਿੰਮੇਵਾਰੀ ਅਦਾ ਕਰਦੇ ਨੇ ਜਲਾਦ ਦੀ। ਇਹ ਉਹ ਜਲਾਦ ਸੀ ਜਿਨ੍ਹਾਂ ਦੇ ਵਡੇਰੇ ਜਲਾਦ ਜਲਾਲੂਦੀਨ ਨੇ ਇਹਨਾਂ ਦੇ ਦਾਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਕੀਤਾ ਸੀ ਚਾਂਦਨੀ ਚੌਕ ਦਿੱਲੀ ਵਿਖੇ। ਉਹਦੀ ਪੀੜ੍ਹੀ ਚੋਂ ਇਹ ਜਲਾਦ ਸਾਸ਼ਲ ਬੇਗ ਤੇ ਵਾਸ਼ਲ ਬੇਗ ਉਹ ਆਉਂਦੇ ਨੇ। ਫਿਰ ਇੱਥੇ ਦੀਵਾਰਾਂ ਤੋਂ ਬਾਅਦ ਡਾਕਟਰ ਗੰਡਾ ਤੇ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਗ੍ਰੰਥਾਂ ਦੇ ਵਿੱਚ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਨੂੰ ਜ਼ਿਬਾ ਕੀਤਾ ਗਿਆ ਗੋਡਿਆਂ ਦੇ ਥੱਲੇ ਦੇ ਕੇ। ਤੁਸੀਂ ਇਹ ਉਹ ਇਤਿਹਾਸ ਹੈ ਕਿ ਲਿਖਣ ਵਾਲੇ ਦੀ ਕਲਮ ਰੋ ਪੈਂਦੀ ਹੈ, ਬੋਲਣ ਵਾਲੇ ਦਾ ਗੱਚ ਭਰ ਕੇ ਆਉਂਦਾ, ਸੁਣਨ ਵਾਲੇ ਦੀਆਂ ਅੱਖਾਂ ਚੋਂ ਨੀਰ ਵਗ ਆਉਂਦਾ। ਜਦੋਂ ਏਡੇ ਏਡੇ ਭਾਰੇ, ਏਡੇ ਤਕੜੇ ਰਾਖਸ਼ਾਂ ਵਰਗੇ ਜਿਨ੍ਹਾਂ ਦੀਆਂ ਸ਼ਕਲਾਂ ਹੋਣਗੀਆਂ, ਉਹ ਜਲਾਦ ਨਿੱਕੇ ਮਾਸੂਮ ਫੁੱਲਾਂ ਨੂੰ ਗੋਡਿਆਂ ਥੱਲੇ ਦਿੱਤਾ ਹੋਏਗਾ, ਸੋਚ ਕੇ ਵੇਖੋ ਧੀਆਂ ਪੁੱਤਰਾਂ ਵਾਲੇ ਆ ਅਸੀਂ ਵੀ, ਕੀ ਕਿੱਦਾਂ ਦਾ ਮੰਜ਼ਰ ਕਿਵੇਂ ਦਾ ਹੋਏਗਾ। ਗੋਡਿਆਂ ਥੱਲੇ ਦੇ ਕੇ ਜ਼ਿਬਾ, ਸਾਹ ਰਗ ਕਹਿੰਦੇ ਨੇ, ਸਾਹ ਰਗ ਨੂੰ ਵੱਢ ਕੇ ਜ਼ਿਬਾ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਹੌਲੀ ਹੌਲੀ ਸਾਹ ਰਗ ਵੱਢ ਕੇ ਜ਼ਿਬਾ ਕਰਕੇ ਜਦੋਂ ਖੂਨ, ਬਹੁਤ ਸਾਰਾ ਖੂਨ ਵਹਿ ਜਾਂਦਾ ਹੈ, ਸਾਹਿਬਜ਼ਾਦੇ, ਉਹ ਨੰਨੀ ਦੁਨੀਆ, ਉਹ ਮਹਾਨ ਸਾਡੇ ਬਾਬੇ ਇਸ ਦੁਨੀਆ ਦੇ ਵਿੱਚੋਂ ਰੁਖਸਤ ਹੋ ਜਾਂਦੇ ਨੇ। ਕੇਸਰ ਸਿੰਘ ਛਿੱਬਰ ਹੋਏ ਨੇ, ਉਹਨਾਂ ਨੇ ਬੰਸਾਵਲੀ ਨਾਮਾਂ 10 ਪਾਤਸ਼ਾਹੀਆਂ ਦੀਆਂ, ਉਹਦੇ ਵਿੱਚ ਉਹ ਦੱਸਦੇ ਨੇ ਕਿ ਜ਼ੋਰਾਵਰ ਕੇ ਪ੍ਰਾਣ ਬੇਗ ਛੂਟ ਗਏ, ਫਤਿਹ ਸਿੰਘ ਆਦੀ ਘੜੀ ਪਾਮ ਮਾਰਤੇ ਪਏ। ਬਾਬਾ ਫਤਿਹ ਸਿੰਘ 12 ਤੋਂ 13 ਮਿੰਟ ਬਣਦੇ ਨੇ, ਅੱਧੀ ਘੜੀ ਚਰਨ ਮਾਰਦੇ ਰਹੇ। ਇਸ ਤਰੀਕੇ ਨਾਲ ਉਹਨਾਂ ਦੇ ਹੌਲੀ ਹੌਲੀ ਤੜਫ ਤੜਫ ਕੇ ਉਹਨਾਂ ਦੀ ਪ੍ਰਾਣ ਨਿਕਲੇ। ਬਾਬਾ ਫਤਿਹ ਸਿੰਘ ਜੀ ਦੇ, ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਾਣ ਥੋੜੇ ਪਹਿਲਾਂ ਨਿਕਲ ਗਏ। ਕਵੀ ਸੈਨਾ ਸਿੰਘ ਤੇ ਭਾਈ ਸੁੱਖਾ ਸਿੰਘ ਗੁਰਬਿਲਾਸ ਦੇ ਵਿੱਚ, ਕਵੀ ਸੈਨਾ ਸਿੰਘ ਸ੍ਰੀ ਗੁਰੂ ਸੋਭਾ ਦੇ ਵਿੱਚ ਲਿਖਦੇ ਨੇ ਕਿ ਉਹਨਾਂ ਦੇ ਸੀਸ ਕਲਮ ਕੀਤੇ ਗਏ। ਸੋ ਜੋ ਗੁਰਪ੍ਰਣਾਲੀ ਗੁਲਾਬ ਸਿੰਘ ਦੇ ਅਨੁਸਾਰ ਹੈ, ਇਹ ਸ਼ਹੀਦੀ 27 ਮਾਰਚ
13 ਪੋਹ ਨੂੰ ਦੁਪਹਿਰੇ ਜੋ ਸਮਾਂ ਉਹਨਾਂ ਨੇ ਮਿੱਥਿਆ ਕਿ ਤਕਰੀਬਨ 10 ਵਜੇ ਤੋਂ ਲੈ ਕੇ 11 ਵਜੇ ਦੇ ਦੌਰਾਨ ਇਹ ਸ਼ਹੀਦ ਹੁੰਦੇ ਨੇ, ਸ਼ਹੀਦੀ ਹੁੰਦੀ ਨੇ ਸਾਹਿਬਜ਼ਾਦਿਆਂ ਦੀ। ਸਾਹਿਬਜ਼ਾਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਕੇ ਸ਼ਹੀਦ ਹੋ ਜਾਂਦੇ ਨੇ, ਕੌਮ ਵਾਸਤੇ ਪੂਰਨੇ ਪਾ ਕੇ ਚਲੇ ਜਾਂਦੇ ਨੇ। ਮਾਤਾ ਗੁਜਰੀ ਜੀ ਕੋਲ ਖਬਰ ਪਹੁੰਚਦੀ ਹੈ। ਮਾਤਾ ਗੁਜਰੀ ਜੀ ਉਸ 140 ਫੁੱਟ ਉੱਚੇ ਬੁਰਜ ਦੇ ਵਿੱਚ ਬੈਠੇ ਵਾਹਿਗੁਰੂ ਦਾ ਜਾਪ ਕਰ ਰਹੇ ਨੇ। ਸਵਾਸ ਪੰਖ ਫਕੀਰੂ ਆਪਣੇ ਆਪ ਉੱਡ ਵੀ ਜਾਂਦੇ ਨੇ। ਕੁਝ ਆਖਦੇ ਨੇ ਕਿ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਬੁਰਜ ਤੋਂ ਧੱਕਾ ਦੇ ਕੇ ਥੱਲੇ ਸੁੱਟੇ ਗਿਆ। ਕੁਝ ਗ੍ਰੰਥਾਂ ਦੇ ਵਿੱਚ ਇਹ ਵੀ ਲਿਖਿਆ ਹੈ। ਕਈ ਪੁੱਛਦੇ ਨੇ ਕਿ ਮਾਤਾ ਗੁਜਰੀ ਜੀ ਸ਼ਹੀਦ ਕਿਵੇਂ ਹੋਏ। ਕਈ ਵਾਰੀ ਮੈਂ ਅਕਸਰ ਗੱਲ ਕਰਦਾ ਕਿ ਆਪਾਂ ਇਹ ਸੋਚ ਕੇ ਵੇਖੀਏ ਕਿ ਮਾਤਾ ਗੁਜਰੀ ਜੀ ਜਿਉਂਦੇ ਕਿਵੇਂ ਰਹੇ। ਮਾਤਾ ਗੁਜਰੀ ਜੀ ਇੰਨੀ ਠੰਡ ਦੀਆਂ ਰਾਤਾਂ ਦੇ ਵਿੱਚ 82 ਵਰਿਆਂ ਦੀ ਦਾਦੀ ਮਾਂ ਇੰਨੀ ਠੰਡ ਦੇ ਵਿੱਚ ਕਿੰਨੇ ਦਿਨ ਤੋਂ ਸੱਸਾ ਨਦੀ ਤੋਂ ਚੱਲਦੇ ਆ ਰਹੇ, ਉਹਨਾਂ ਨੇ ਜ਼ਿੰਦਗੀ ਜਿਉਂਦੇ ਕਿਵੇਂ ਰਹੇ ਹੋਣਗੇ। ਉਹ ਕੇਵਲ ਸਿਰਫ ਆਪਣੇ ਸਾਹਿਬਜ਼ਾਦਿਆਂ ਨੂੰ, ਆਪਣੇ ਪੋਤਰਿਆਂ ਨੂੰ ਤੋਰਨ ਵਾਸਤੇ ਜਿਉਂਦੇ ਰਹੇ ਸੀ। ਅਦਰਵਾਈਜ਼ ਤੇ ਨਹੀਂ ਤੇ ਇੰਨੀ ਠੰਡ ਦੇ ਵਿੱਚ ਜਿਉਣਾ ਹੀ ਬੜਾ ਮੁਸ਼ਕਲ ਹੈ। ਉਹ ਤੇ ਬਚੇ ਹੀ ਤਾਂ ਹੋਏ ਸੀ ਕਿ ਮੈਂ ਆਪਣੇ ਪੋਤਰਿਆਂ ਨੂੰ ਨਾਲ ਅੱਗੇ ਲੈ ਕੇ ਤੋਰ ਕੇ ਮੈਂ ਨਾਲ ਲੈ ਕੇ ਜਾਵਾਂ ਇਹਨਾਂ ਨੂੰ, ਇਹਨਾਂ ਦਾਦੇ ਕੋਲ। ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਜਾਂਦੇ ਨੇ। ਦੀਵਾਨ ਟੋਡਰਮਲ ਗੁਰੂ ਘਰ ਦਾ ਆਨੰਦ ਸੇਵਕ, ਜੋਤੀ ਸਰੂਪ, ਜੋ ਸਭ ਤੋਂ ਮਹਿੰਗੀ ਧਰਤੀ ਹੈ, ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਧਰਤੀ ਖਰੀਦਦਾ ਹੈ। ਜੀ ਦਾ ਹੁੰਦਾ ਹੈ ਉੱਥੇ। ਅੱਜ ਵੀ ਉਹ ਕੇਵਲ ਮੋਹਰਾਂ ਕਰਕੇ ਜਾਂ ਦੁਨੀਆ ਦੇ ਪੈਸੇ ਕਰਕੇ ਸਭ ਤੋਂ ਮਹਿੰਗੀ ਧਰਤੀ ਨਹੀਂ, ਦੁਨੀਆ ਦੀ ਸਭ ਤੋਂ ਵੱਡੀ ਕੁਰਬਾਨੀ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ। ਉਧਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਰਾਏਕੋਟ ਦੀ ਧਰਤੀ ਤੇ ਰਾਏ ਆਪਣੇ ਨੂਰੇ ਮਾਈ ਨੂੰ ਭੇਜਦੇ ਨੇ ਸੁਨੇਹਾ ਲੈ ਕੇ ਆਉਣ ਨੂੰ। ਉਹ ਜਦੋਂ ਜਾ ਕੇ ਦੱਸਦਾ ਤਾਂ ਗੁਰੂ ਸਾਹਿਬ ਕਾਈ ਦੇ ਬੂਟੇ ਨੂੰ ਉਧੇੜ ਕੇ ਕਹਿੰਦੇ ਨੇ ਕਿ ਜ਼ਾਲਮ ਰਾਜ ਦੀ ਜੜ ਪੁੱਟੀ ਗਈ। ਕੁਝ ਸਮਾਂ ਬੀਤਦਾ, ਸਮਾਂ ਲੰਘਦਾ। ਲਗਭਗ 13 ਪੋਹ 27 ਦਸੰਬਰ 1704 ਨੂੰ ਇਹ ਸਾਕਾ ਵਾਪਰਦਾ ਤੇ 12 ਮਈ 1710 ਨੂੰ ਲਗਭਗ 5.5 ਸਾਲ ਬੀਤਦੇ ਨੇ। 5.5 ਸਾਲ ਬਾਅਦੋਂ ਗੁਰੂ ਦਾ ਬੰਦਾ ਚੜ੍ਹ ਕੇ ਆਉਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਕੌਮ ਦਾ ਮਹਾਨ ਜਰਨੈਲ, ਪਹਿਲਾ ਸਿੱਖ ਰਾਜ ਦਾ ਰਾਜਾ, ਸਿੱਖ ਰਾਜ ਦਾ ਜਰਨੈਲ ਚੜ੍ਹ ਕੇ ਆਉਂਦਾ ਹੈ। ਵਜੀਦ ਖਾਨ ਨੂੰ ਨੱਕ ਵਿੱਚ ਨਕੇਲ ਪਾ ਕੇ ਸਜ਼ਾ ਦਿੰਦਾ ਹੈ। ਸਜ਼ਾ ਦੇ ਕੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਗਹਿ ਗਚਵੀਂ ਲੜਾਈ ਹੁੰਦੀ ਏ। ਸਰਹੰਦ ਦੇ ਵਿੱਚ ਲੋਹੇ ਦਾ ਸੁਹਾਗਾ ਫੇਰਿਆ ਜਾਂਦਾ ਹੈ, ਇੱਟ ਨਾਲ ਇੱਟ ਖੜਕਾਈ ਜਾਂਦੀ ਏ। ਪਹਿਲੇ ਖਾਲਸਾ ਰਾਜ ਦੀ ਸਥਾਪਨਾ ਹੁੰਦੀ ਏ। ਇੰਨੇ ਜ਼ੁਲਮ ਤੋਂ ਬਾਅਦ, ਇੰਨੇ ਜ਼ੁਲਮੋ ਸਿਤਮ ਤੋਂ ਬਾਅਦ ਖਾਲਸਾ ਰਾਜ ਉਦੈ ਹੁੰਦਾ ਹੈ। ਖਾਲਸੇ ਰਾਜ ਦਾ ਸੂਰਜ ਚੜ੍ਹਦਾ ਹੈ, ਖਾਲਸਾ ਰਾਜ ਬੁਲੰਦ ਹੁੰਦਾ ਹੈ। ਸੋ ਇਹ ਸ਼ਹਾਦਤ ਦਾ ਸਫ਼ਰ, ਇਹ ਜੋ ਸਫਰੇ ਸ਼ਹਾਦਤ, ਇਹ ਚੱਲਦਾ ਆਉਣਾ, ਚੱਲਦਾ ਰਹਿਣਾ, ਕਿਉਂਕਿ ਇਹ ਉਹ ਕਾਫਲਾ ਜੋ ਕਦੇ ਰੁਕਦਾ ਨਹੀਂ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ, ਸਿੱਖ ਮਿਸਲਾਂ, ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ, ਸਮੇਂ ਦੇ ਨਾਲ 1984 ਦਾ ਘੱਲੂਘਾਰਾ, ਅੱਜ ਤੱਕ ਸਿੰਘ ਸੂਰਮੇ ਉਸ ਮਹਾਨ ਸ਼ਹਾਦਤ ਤੋਂ ਪ੍ਰੇਰਨਾ ਲੈਂਦੇ ਹੋਏ ਆਪਣੇ ਬਾਬਾਣੀਆਂ ਕਹਾਣੀਆਂ, ਪੁੱਤ ਕਰੇਣ, ਉਹਨਾਂ ਤੋਂ ਪ੍ਰੇਰਨਾ ਲੈ ਕੇ ਸ਼ਹੀਦੀ ਦੇ ਇਸ ਰਾਹ ਦੇ ਉੱਪਰ ਤੁਰਦੇ ਆਏ ਨੇ, ਤੁਰਦੇ ਰਹਿਣਗੇ। ਸਿੱਖ ਰਾਜ ਦਾ ਸੰਕਲਪ, ਸਿੱਖੀ ਵਾਸਤੇ, ਸਿੱਖ ਰਾਜ ਵਾਸਤੇ ਦ੍ਰਿੜ ਸੰਕਲਪ ਲੈ ਕੇ ਉੱਪਰ ਨੇ ਤੇ ਇਹ ਸ਼ਹਾਦਤ ਦਾ ਸਫ਼ਰ ਏਦਾਂ ਹੀ ਜਾਰੀ ਰਹਿਣਾ ਹੈ। ਸੋ ਸਾਨੂੰ ਸਿੱਖਣ ਦੀ ਲੋੜ ਹੈ ਕਿ ਅਸੀਂ ਅੱਜ ਕਿੱਥੇ ਖੜੇ ਹਾਂ, ਅਸੀਂ ਅੱਜ ਇਸ ਸ਼ਹਾਦਤ ਤੋਂ ਕੀ ਪ੍ਰੇਰਨਾ ਲੈਣੀ ਹੈ। ਅੱਜ ਅਸੀਂ ਕੁਝ ਸਾਹਿਬਜ਼ਾਦਿਆਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ, ਇਸ ਸ਼ਹਾਦਤਾਂ ਪ੍ਰਤੀ ਸਾਡੀਆਂ ਜ਼ਿੰਮੇਵਾਰੀਆਂ ਨੇ। ਕੇਵਲ ਅਸੀਂ ਜਥੇਬੰਦੀਆਂ ਵਿੱਚ ਸਿਮਟ ਕੇ ਤਾਂ ਨਹੀਂ ਰਹਿ ਗਏ। ਅਸੀਂ ਕੁਝ ਕੌਮ ਵਾਸਤੇ ਕੁਝ ਕਰਨਾ ਹੈ। ਅਸੀਂ ਕੁਝ ਆਪਣੀ ਕੌਮ ਵਾਸਤੇ ਇੱਕ ਮੁੱਠ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਕ ਝੰਡੇ ਥੱਲੇ ਇਕੱਤਰ ਹੋ ਕੇ ਕੌਮ ਲਈ ਕੁਝ ਕਰਨਾ ਹੈ। ਨਾ ਕੇਵਲ ਅਸੀਂ ਆਪਣੀਆਂ ਸਿਆਸੀ ਰੋਟੀਆਂ ਸਾਡੇ ਸਿੱਖਣੀ ਹੈ, ਕਿਉਂਕਿ ਜਥੇਬੰਦੀਆਂ ਬਣਾਈਆਂ ਪਰਿਵਾਰ ਬਣਨਾ ਪਾਏ, ਦਸਮੇਸ਼ ਅਸੀਂ ਤੇਰੇ ਵਫਾਦਾਰ ਬਣਨਾ ਪਾਏ। ਤੇ ਖਾਲਸਾ ਜੀ, ਮੇਰਾ ਖਿਆਲ ਹੈ ਸਮਾਂ ਆਲਮੋਸਟ ਕਾਫੀ ਹੋ ਚੁੱਕਿਆ ਹੈ।
ਇਹ ਸੀ ਸ਼ਹਾਦਤ ਤੇ ਸਬਰ ਦੀ ਇਹ ਦਾਸਤਾਨ ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਪਾਤਸ਼ਾਹੀਆਂ ਤੋਂ ਹੁੰਦੇ ਹੋਏ ਸਾਹਿਬਜ਼ਾਦਿਆਂ ਤੋਂ ਲੈ ਕੇ ਸਿੱਖ ਰਾਜ ਸਿੱਖ ਸੰਘਰਸ਼ ਤੋਂ ਬਾਅਦ ਸ਼ਹਾਦਤ ਦੇ ਸਫ਼ਰ ਦੀ ਇਹ ਦਾਸਤਾਨ ਸੀ। ਸੋ ਅੱਜ ਦੇ ਹਾਲਾਤਾਂ ਦੇ ਵਿੱਚ ਸਾਨੂੰ ਇਹਨਾਂ ਮਹਾਨ ਸ਼ਹਾਦਤਾਂ ਤੋਂ ਪ੍ਰੇਰਨਾ ਲੈਂਦੇ ਹੋਏ ਅਸੀਂ ਆਪਣੀ ਕੌਮ ਨੂੰ ਐਜੂਕੇਟ ਕਰੀਏ, ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰੀਏ, ਤਾਂ ਕਿ ਕੌਮ ਤਾਂ ਹਮੇਸ਼ਾ ਹੀ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੌਮ ਦੀ ਸਾਜਣਾ ਕੀਤੀ ਹੈ ਉਹ ਤਾਂ ਚੜ੍ਹਦੀ ਕਲਾ ਵਿੱਚ ਹੀ ਹੈ। ਅਸੀਂ ਆਪਣਾ ਜੀਵਨ, ਆਪਣੀ ਜ਼ਿੰਦਗੀ ਇਹਨਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈ ਕੇ ਹੋਰ ਅਸੀਂ ਆਪਣਾ ਸੱਚਿਆਰਾ ਜੀਵਨ, ਇੱਕ ਸੱਚਿਆਰਾ ਮਨੁੱਖ ਬਣਨ ਦੀ ਕੋਸ਼ਿਸ਼ ਕਰ ਸਕੀਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।